अस्सलाम वालेकुम। प्रोग्राम तफ्तीशी के साथ मैं हूं सलमान कुरैशी। नाज़रीन, लाहौर के इलाका मिस्री शाह में 60 साल शख्स ने अपनी बीवी को दोस्त के बेटे के हमरा बेदर्दी के साथ मौत के घाट उतार दिया। इसके पीछे वजूहात हैं क्या, पुलिस मुल्ज़मान तक कैसे पहुंची, ये बताएंगे आज के प्रोग्राम तफ्तीशी में। नाज़रीन, मिस्री शाह इन्वेस्टिगेशन पुलिस ने एक ऐसे मुल्जिम को गिरफ्तार किया है जिसने अपनी ही बीवी को साथी के हमरा बेदर्दी के साथ मौत के घाट उतार दिया। उसने ये सब कुछ क्यों किया, वजूहात हैं क्या, उसी की जुबानी आपको सुनाते हैं। हाँ भी की ना है की कर दे हो? ਗੱਡੀਆਂ ਦਾ ਕੰਮ ਕਰਨਾ ਸੀ। ਗੱਡੀਆਂ ਦਾ ਕੰਮ ਕਰਦੇ ਕੀ ਉਮਰ ਹੈ? 60 ਸਾਲ 60 ਸਾਲ। ਤੇ ਬੀਵੀ ਦੀ ਕਿੰਨੀ ਉਮਰ ਸੀ? 40 ਸਾਲ 40 ਸਾਲ। ਪਹਿਲੀ ਬੀਵੀ ਸੀ? ਦੂਸਰੀ ਸ਼ਾਦੀ ਕੀਤੀ। ਕਿੰਨੇ ਬੱਚੇ? ਉਹਦੇ 'ਚ ਇੱਕ ਬੱਚੀ। ਉਹਦੇ ਤੋਂ ਇੱਕ ਬੱਚੀ। ਪਹਿਲੇ ਕਿੰਨੇ ਬੱਚੇ? ਤਿੰਨ ਬੱਚੇ। ਜਾਣ ਪਹਿਚਾਣ ਵਾਲਾ ਰਿਸ਼ਤੇਦਾਰ ਸੀ? ਨਹੀਂ ਜੀ, ਕਿਸੇ ਦੋਸਤ ਨੇ ਰਿਸ਼ਤਾ ਕਰਾਇਆ ਸੀ। ਕਦੋਂ ਕਰਾਇਆ ਸੀ? 8 ਸਾਲ ਪਹਿਲੇ। ਅੱਛਾ। ਪਹਿਲੀ ਬੀਵੀ ਕਿੱਧਰ? ਪਹਿਲੀ ਬੀਵੀ ਅੱਲਾਹ ਨੂੰ ਪਿਆਰੀ ਹੋ ਗਈ, ਬਹੁਤ ਹੋਣ ਤੋਂ ਬਾਅਦ ਦੂਸਰੀ ਸ਼ਾਦੀ ਕੀਤੀ। ਠੀਕ ਹੈ। ਤੇ ਫਿਰ ਕਿਹੋ ਜੀ ਜ਼ਿੰਦਗੀ ਗੁਜ਼ਰੀ? ਜ਼ਿੰਦਗੀ ਇਸ ਤਰ੍ਹਾਂ ਦੀ ਗੁਜ਼ਰੀ ਹੈ ਕਿ ਨਾਲੇ ਦਾ ਮੌਤ ਵੀ ਤੋਂ ਜਿਹੜੀ ਬੱਤਰ ਗਈ ਸੀ। ਮੌਤ ਤੋਂ ਵੀ ਬੱਤਰ? ਕੀ ਵਜ੍ਹਾ ਬਣੀ? ਵੱਧ ਕਰਤਾਰ ਔਰਤ ਜਿਹੜੀ ਹੁੰਦੀ ਹੈ ਨਾ, ਵੱਧ ਚੱਲਣ, ਉਹ ਇੱਥੋਂ ਤੱਕ ਲੈ ਆਈ ਹੈ। ਬਸ ਇੱਥੋਂ ਤੱਕ ਲੈ ਆਈ ਮੈਨੂੰ। ਕੀ ਬਦ ਕਿਰਦਾਰੀ ਉਹ ਤੋਂ ਮਤਲਬ ਕਿ ਉਹਦੀ ਜ਼ੁਬਾਨ ਬਿਲਕੁਲ ਜਿਹੜੀ ਨਾ ਖਰਾਬ। ਅੱਛਾ। ਜ਼ੁਬਾਨ ਉਹਦੀ ਬਿਲਕੁਲ ਖਰਾਬ। ਉਹਨੇ ਤੁਹਾਡਾ ਗਿਰੇਵਾਨ ਵੀ ਫੜ ਲੈਣਾ, ਉਹਨੇ ਤੁਹਾਨੂੰ ਗਾਲਾਂ ਵੀ ਕੱਢਣੀ ਹੈ, ਉਹਨੇ ਬੜਾ ਕੁਝ ਕਰਨਾ ਹੈ। ਇੱਥੋਂ ਤੱਕ ਕਿ ਨੱਕੋ ਨੱਕ ਹੋ ਗਿਆ ਸੀ। ਤੇ ਬੱਚੇ ਜਵਾਨ ਸੀ ਜਦੋਂ ਪਹਿਲੀ ਬੀਵੀ ਫੌਤ ਹੋਈ? ਹਾਂਜੀ। ਤੇ ਫਿਰ ਵੀ ਦੂਸਰੀ ਸ਼ਾਦੀ ਕੀਤੀ? ਮੈਂ ਇੱਕ ਦੋਸਤ ਨੂੰ ਕਿਹਾ, ਮੈਂ ਕਿਹਾ ਯਾਰ ਇਕੱਲਾ ਰਹਿਣਾ ਵਾ, ਝਟਪਟ ਹੀ ਜਿਨ੍ਹਾਂ ਕੋਲ ਰਿਸ਼ਤਾ ਰਹਿਣਾ ਸੀ ਉਹਨਾਂ ਨੇ ਝਟਪਟ ਹੀ ਕਰਵਾ ਦਿੱਤਾ। ਫਿਰ ਮੈਨੂੰ ਨਹੀਂ ਸੀ ਪਤਾ ਕਿ ਉਹਦਾ ਕੀ ਕਿਸ ਤਰ੍ਹਾਂ ਦੀ ਔਰਤ ਹੈਗੀ। ਉਹਨੇ 8 ਸਾਲਾਂ 'ਚ ਮੈਨੂੰ ਇੰਨਾ ਕੁ ਰੋਲਿਆ ਕਿ ਮੈਨੂੰ ਖੁਦਕੁਸ਼ੀ ਕਰਨ ਤੇ ਮਜਬੂਰ ਕਰ ਦਿੱਤਾ। ਅੱਛਾ। ਤੇ ਕੀ ਮਤਲਬ ਜ਼ੁਬਾਨ ਦਰਾਜ਼ੀ ਹੀ ਅਸਲ? ਜ਼ੁਬਾਨ ਦਰਾਜ਼ੀ ਸਮਝ ਗਏ ਇੰਨੀ ਕਿ ਸੀ ਕਿ ਪੂਰਾ ਮਹੱਲਾ ਸੁਣਦਾ ਸੀ। ਗਵਾਹ ਮਹੱਲਾ ਗਵਾਹ। ਤੇ ਵਜ੍ਹਾ ਕੀ ਸੀ ਉਹ ਜ਼ੁਬਾਨ ਦਰਾਜ਼ੀ ਦੀ? ਕੋਈ ਨਾ ਕੋਈ ਵਜ੍ਹਾ ਤੇ ਹੁੰਦੀ ਹੈ। ਵਜ੍ਹਾ ਨਾਲ ਤਾਂ ਮੈਨੂੰ ਨਹੀਂ ਇਸ ਗੱਲ ਦਾ ਪਤਾ ਕਿ ਮੈਨੂੰ ਬੜਾ ਪਿਆਰ ਨਾਲ ਰੱਖਿਆ, ਬੜਾ ਕੁਛ ਕੀਤਾ ਉਹਨੇ। ਹਰ ਦਮ ਜਿਹੜਾ ਨਾ ਮੇਰੇ ਗਰੇਵਾਨ ਫੜਿਆ। ਜਿਹੜਾ ਮੁੰਡਾ ਹੈ ਅਹਿਸਾਨ, ਇਹ ਕੌਣ ਹੈ? ਦੋਸਤ ਦਾ ਪੁੱਤਰ ਹੈ? ਬਚਪਨ ਦਾ ਦੋਸਤ ਸੀ ਜਿਹਦਾ ਪੁੱਤਰ ਹੈ? ਹਾਂਜੀ। ਅੱਛਾ। ਘਰ ਵੀ ਉਹਦੇ ਜਾਣਾ ਸੀ ਨਾ, ਤੇ ਉਹਨੂੰ ਕਹਿਣਾ ਸੀ ਯਾਰ ਮੈਨੂੰ ਤਾਂ ਜ਼ਾਬੇ ਲਾਹੀ ਟੱਕਰ ਗਈ ਯਾਰ, ਮੈਂ ਤੇ ਸਾਹ ਲੈਣ ਦਾ ਕਾਬਿਲ ਨਹੀਂ। ਬਸ ਇਸ ਤਰ੍ਹਾਂ ਹੀ ਕਰਦੇ ਮੁੰਡੇ ਨਾਲ ਗੱਲ ਕੀਤੀ। ਪਤਾ ਨਹੀਂ ਮੇਰੀ ਅਕਲ ਤੇ ਪਰਦਾ ਪੈ ਗਿਆ ਕਿ ਇਹਦੀ ਅਕਲ ਤੇ ਪਰਦਾ ਪੈ ਗਿਆ, ਕੋਈ ਸਮਝ ਨਹੀਂ। ਕਲੋਰੋਫੋਮ ਮੰਗਾ ਬੈਠਾ ਇਹਦੇ ਕੋਲ। ਨਹੀਂ, ਕਦੋਂ ਗੱਲ ਕੀਤੀ? ਪਹਿਲੇ ਪਲੈਨਿੰਗ ਕੀਤੀ ਹੋਏਗੀ ਨਾ, ਫੇਰ ਆਇਆ ਹੋਇਆ ਨਾ ਕਲੋਰੋਫੋਮ। 5-7 ਦਿਨ ਪਹਿਲੇ। ਹਾਂ। ਕੀ ਗੱਲ ਕੀ? ਉਹ ਤੇ ਪਹਿਲੇ ਤੋਂ ਗੱਲ ਕਰਦੇ ਹੋਗੇ ਇਹਦੇ ਨਾਲ? ਹਾਂਜੀ। ਕਿ ਮੈਂ ਤੰਗ ਹੈ। ਉਹ ਇਹਦੇ ਪਿਓ ਨਾਲ ਕਰਨਾ ਸੀ ਗੱਲਾਂ, ਇਹਦੇ ਨਾਲ ਵੀ ਕਰਨਾ ਸੀ। ਇਹਦਾ ਪਿਓ ਮਰ ਗਿਆ। ਕਦੋਂ? ਇਹਦੇ ਨਾਲ ਮਹੀਨਾ 2-3 ਮਹੀਨੇ 4 ਮਹੀਨੇ ਪਹਿਲੇ ਵੀ ਗੱਲਾਂ ਕੀਤੀਆਂ ਵੀ ਯਾਰ ਘਰ ਇਹਨੇ ਤੇ ਜਾਣਾ ਸੀ। ਇਹਨੇ ਇੱਕ ਦਿਨ ਮੈਨੂੰ ਕਿਹਾ ਵੈਸੇ ਕੋਈ ਗੱਲ ਨਹੀਂ, ਇਹਨੂੰ ਬੇਹੋਸ਼ ਕਰਨੇ ਤਾਂ ਕਿ ਇਹਨੂੰ ਇਬਰਤ ਨਾ ਅਗਲਾ ਪਤਾ ਲੱਗੇ। ਅਸੀਂ ਬੇਹੋਸ਼ ਕਰਨ ਦੇ ਚੱਕਰ 'ਚ ਤੇ ਉਹ ਜ਼ਿਆਦਾ ਡੋਜ਼ ਦਿੱਤੀ ਗਈ, ਮਰ ਗਈ। ਹੁਣ ਸਾਰੀ ਗੱਲ ਸੱਚ ਸੁਣਾਣੀ ਹੈ, ਕਿਵੇਂ ਹੋਇਆ, ਕਿਵੇਂ ਕਤਲ ਕੀਤਾ? ਹਾਂ, ਜਿਵੇਂ ਹੋਈ ਹੈ ਵਾਰਦਾਤ ਉਂਝ ਦੱਸਣੀ ਹੈ। ਇਹਨੂੰ ਮੈਂ 4-5 ਦਿਨ 10 ਦਿਨ ਪਹਿਲੇ ਵੀ ਕਿਹਾ ਯਾਰ ਮੈਂ ਤੰਗ ਹੈਗਾ ਅਹਿਸਾਨ ਨੂੰ। ਠੀਕ ਹੈ। ਕਹਿੰਦਾ ਸਾਹਿਬ ਅੱਛਾ ਭੇਜਨੇ। ਫਿਰ ਮੈਂ ਇੱਕ ਦਿਨ ਬੜਾ ਪਰੇਸ਼ਾਨ ਬੈਠਾ 3-4 ਦਿਨ ਪਹਿਲੇ। ਮੈਂ ਇਹਨੂੰ ਕਿਹਾ ਕਿ ਯਾਰ ਇਹ ਮਸਲਾ ਹੈਗਾ, ਤੰਗ ਹੈਗੇ ਆ, ਕੀ ਕਰੀਏ ਯਾਰ, ਇਹਦੇ ਵਿੱਚ ਚਾਂਦੀ ਵੀ ਨਹੀਂ ਪਈ ਕਿਸ ਘਰ 'ਚ। ਕਹਿੰਦਾ ਸਾਹਿਬ ਇਹਨੂੰ ਸਬਕ ਦੇਈਏ। ਅੱਛਾ। ਤੈਨੂੰ ਬੇਹੋਸ਼ ਕਰ ਦਿੰਦੇ। ਮੈਂ ਕਿਹਾ ਅੱਛਾ ਠੀਕ, ਇਸ ਤਰ੍ਹਾਂ ਬੇਹੋਸ਼ ਕਰਾਂਗੇ। ਕਹਿੰਦਾ ਕਲੋਰੋਫੋਮ ਲਿਆਉਂਦੇ ਆ। ਮੈਂ ਕਿਹਾ ਕਲੋਰੋਫੋਮ ਕੀ ਹੁੰਦਾ? ਕਹਿੰਦਾ ਉਹ ਸੁਣਾਵਾਂਗੇ ਜੀ ਬੇਹੋਸ਼ ਹੋਣਾ। ਮੈਂ ਕਿਹਾ ਠੀਕ ਹੈ, ਕਿੰਨੇ ਦਾ ਆਏਗਾ? ਕਹਿੰਦਾ ਕੱਲ੍ਹ ਤੁਹਾਨੂੰ ਦੱਸਾਂਗਾ। ਇਹਨੇ ਫਿਰ ਨੈੱਟ 'ਤੇ ਉਹ ਸਰਚ ਕੀਤੀ। ਉਹ ਕਹਿੰਦਾ ਜੀ 9000 ਦਾ ਮਿਲਦਾ। ਮੈਂ ਕਿਹਾ ਲੈ ਆਇਆ 9000 ਰੁਪਏ ਦੇ ਤਾ। ਇਹ ਲੈ ਆਇਆ ਦੂਸਰੇ ਤੀਸਰੇ ਦਿਨ। ਕਹਿੰਦਾ ਜੀ ਲੈ ਆਇਆ ਵਾ। ਜੁਮੇ ਵਾਲਾ ਦਿਨ ਸੀ। ਇਹਨੂੰ ਮੈਂ ਫਿਰ ਸਿੰਘਪੁਰੇ ਬਿਠਾਇਆ ਆਪਣੇ ਪਿੱਛੇ, ਲੈ ਆਇਆ ਘਰ ਲਿਆ ਕੇ ਮੈਂ ਕਮਰੇ 'ਚ ਬੈਠਾ। ਇਹ ਉਹ ਮੋਟਰਸਾਈਕਲ ਚਲਾ ਲੈਂਦੇ ਹੋ ਕਾਲਜ ਦੇ ਵਿੱਚ ਹੀ? ਨਹੀਂ, ਇਹ ਵੀ ਮੇਰੇ ਨਾਲ ਚਲਾ ਲੈਣ ਮੋਟਰਸਾਈਕਲ ਤੇ। ਇਹਦੇ ਨਾਲ ਬ੍ਰੇਕ ਲੱਗਣੀ। ਸਮਝ ਗਿਆ? ਇਹਦੇ ਨਾਲ ਮਾੜਾ ਜਿਹਾ ਕਲੱਚ ਨੱਪ ਜਾਂਦਾ, ਫਿਰ ਲੱਗ ਜਾਂਦਾ ਹੌਲੀ। ਇਹਨੂੰ ਘਰ ਤੱਕ ਲੈ ਕੇ ਆਏ। ਘਰ ਕਮਰਾ ਹੈਗਾ ਸੀ ਛੋਟਾ ਜਿਹਾ, ਉੱਥੇ ਖਲੋਤਾ। ਉਹ ਕਿਚਨ 'ਚ ਸਾਹਮਣੇ ਕਿਚਨ ਹੈਗਾ ਸੀ, ਉੱਥੇ ਆਈ ਹੈ। ਇਹਨੇ ਉਹਦੇ
ਮੂੰਹ ਤੇ ਹੱਥ ਲਾਤਾ। ਮੈਂ ਅੰਦਰ ਬੈਠਾ ਕਮਰੇ 'ਚ। ਉਹ ਕਿਚਨ 'ਚ ਰੋਟੀ ਪਕਾਉਣ ਲਈ ਇਹਨੇ ਬੇਹੋਸ਼ ਕਰਤਾ। ਉੱਥੇ ਹੀ ਮਤਲਬ ਕਿਵੇਂ ਬੇਹੋਸ਼ ਕੀਤਾ ਹੈ? ਇਹਨੇ ਮੂੰਹ ਤੇ ਹੱਥ ਨਾ ਉੱਤੇ। ਅੱਛਾ, ਅਕਸਰ ਆਂਦਾ ਸੀ ਇਨਸਾਨ ਘਰ? ਨਹੀਂ, ਹਾਂ, ਮਤਲਬ ਕਿ ਖੁਸ਼ੀ ਗਮੀ ਤੇ ਆ ਜਾਂਦਾ ਸੀ। ਅੱਛਾ, ਅਕਸਰ ਨਹੀਂ ਸੀ, ਕਦੀ ਕੋਈ ਈਦ ਸ਼ਬਰਾਤ ਤੇ ਵਰਨਾ ਨਹੀਂ। ਠੀਕ ਹੈ। ਤੇ ਇਹ ਮਸਲਾ ਬਣਿਆ। ਉਹਨੇ ਮੂੰਹ ਤੇ ਟਾਕੀ ਰੱਖੀ ਹੈ ਸਮੇਂ। ਉਹ ਉੱਥੇ ਡਿੱਗ ਪਈ ਹੈ ਤੇ ਨਾਲ ਬੈੱਡ ਦੇ ਉੱਤੇ ਨਹੀਂ ਪਈ ਸੀ? ਨਹੀਂ। ਹਾਂ। ਉਹ ਫਿਰ ਮੈਂ ਤੇ ਇਹਨੇ ਲੱਤਾਂ ਤੋਂ ਫੜ ਕੇ ਤੇ ਅੰਦਰ ਲੈ ਗਏ। ਉਹ ਮੇਰੇ ਕੋਲ ਹੈਗੀ ਸੀ ਪਲਸ। ਮੈਂ ਚੈੱਕ ਕਰਨਾ ਆਪਣਾ। ਮੈਂ ਕਿਹਾ ਪਲਸ ਆ ਰਹੀ ਹੈ, ਪਲਸ ਹੀ ਬੰਦ ਹੋ ਗਈ ਸੀ। ਉਹਦੀ ਪਲਸ ਚੈੱਕ ਕੀਤੀ। ਹੁਣ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ 'ਚ ਇਹ ਹੈਗਾ ਕਿ ਪਹਿਲੇ ਕਲੋਰੋਫਾਰਮ ਸੁੰਘਾਇਆ ਗਿਆ, ਉਹਦੇ ਤੋਂ ਬਾਅਦ ਉਹਦੇ ਮੂੰਹ ਦੇ ਉੱਤੇ ਚਾਦਰ ਰੱਖ ਕੇ ਉਹਦਾ ਸਾਹ ਘੁੱਟਿਆ ਗਿਆ ਬਕਾਇਦਾ ਤੌਰ ਤੇ। ਜਦੋਂ ਉਹ ਮਰ ਗਈ ਫਿਰ ਉਹਨੂੰ ਤਸੱਲੀ ਕਰਨ ਵਾਸਤੇ ਇਹ ਪਲਸ ਚੈੱਕ ਕੀਤੀ ਗਈ। ਜਿਹੜਾ ਨਾ ਮਤਲਬ ਕਿ ਉਹ ਤੱਕ ਚਾਦਰ ਰੱਖ ਕੇ ਤੇ ਐ ਨਹੀਂ ਹੋਇਆ ਬਿਲਕੁਲ। ਉਹਦੇ ਮੂੰਹ ਤੇ ਸਿਰਫ ਉਹ ਹੀ ਢੱਕਿਆ। ਕਿੰਨੀ ਦੇਰ ਰੱਖਿਆ? 5-4 ਮਿੰਟ ਰੱਖਿਆ ਹੋਣਾ। 5-4 ਮਿੰਟ ਰੱਖੋਗੇ ਤੇ ਮਰੇਗੀ ਨਾ ਉਹ। 5-4 ਮਿੰਟ ਰੱਖਿਆ ਤੇ ਫਿਰ ਮਾਰਿਆ ਨਾ, ਜ਼ਾਹਿਰ ਕੀ ਕੀਤਾ ਕਿ ਕਿਵੇਂ ਮਰ ਗਈ? ਮਰ ਕੀ ਗਈ ਹੈ ਉਹ ਨਗਲੇ ਦਾ। ਮੈਂ ਬੱਚਿਆਂ ਨੂੰ, ਵੱਡੇ ਮੁੰਡਾ ਦੇ ਕੋਈ ਕਾਰੀਗਰ ਸੀ ਦੁਕਾਨ ਦਾ, ਮੈਂ ਉਹਨੂੰ ਕਿਹਾ ਇਹਨੂੰ ਜਾ ਕੇ ਘਰ ਪਹੁੰਚ ਕੇ ਨਗਲਦਾ ਫੋਨ ਕਿਉਂ ਨਹੀਂ ਚੁੱਕਦੀ ਪਈ। ਉਹ ਮੁੰਡੇ ਨੇ ਦਰਵਾਜ਼ਾ ਖੋਲ੍ਹਿਆ ਤੇ ਉਹਨੇ ਕੱਪ ਪਾਤੀ। ਇਹ ਕੀ ਹੈ? ਉਹਨੇ ਫੋਨ ਕੀਤਾ ਮੈਨੂੰ, ਮੈਂ ਚਲੇ ਗਿਆ ਉੱਥੇ ਮੌਕੇ ਤੇ। ਨਗਲਦਾ ਇਹਨਾਂ ਨੇ ਕਿਹਾ ਜੀ ਇਹਦੇ ਭੈਣ ਭਰਾ ਵੀ ਆ ਗਏ। ਉਹਨਾਂ ਨੇ ਕਿਹਾ ਜੀ ਜ਼ਹਿਰ ਦਿੱਤੀ। ਮੈਂ ਕਿਹਾ ਮੈਂ ਨਹੀਂ ਦਿੱਤੀ, ਤੁਸੀਂ ਵਾਹਨ ਸਾਹਿਬ ਤੇ ਉਹਨਾਂ ਨੇ ਫੋਨ ਕੀਤਾ। ਅੱਛਾ, ਮੈਨੂੰ ਐ ਨੂੰ ਲੈ ਆਏ। ਪੁਲਿਸ ਆ ਗਈ ਤੇ ਨਾਲ ਲੈ ਆਏ ਪੁਲਿਸ। ਤੇ ਫਿਰ ਕੀ ਦੱਸਿਆ ਪੁਲਿਸ ਨੂੰ? ਇਹੀ ਜੋ ਤੁਹਾਨੂੰ ਦੱਸ ਫੌਰੀ ਦੱਸਦਾ। ਸਾਹਿਲ ਭਾਈ ਡਰਾਮਾ ਨਹੀਂ ਕੀਤਾ ਕੋਈ? ਕੋਸ਼ਿਸ਼ ਕੀ ਕੀਤੀ ਸੀ ਵੈਸੇ ਕਿ ਇਹ ਕੀ ਲੱਗੇਗਾ ਕਿ ਆਪੇ ਹੀ ਫੌਤ ਹੋ ਗਈ ਹੈ? ਬਸ ਮੈਂ ਤਾਂ ਕਿਹਾ ਨਗਲ ਦਾ ਹੋ ਜਾਏਗਾ। ਨਗਲ ਦਾ ਉਹਦੇ ਮੂੰਹ ਤੇ ਨਿਸ਼ਾਨ ਪੈ ਗਿਆ ਸੀ ਕਲੋਰੋਫਾਰਮ ਦਾ। ਅੱਛਾ, ਨਿਸ਼ਾਨ ਪਿਆ ਸੀ। ਤੇ ਇਹ ਕਿੱਥੇ ਗਿਆ ਇਨਸਾਨ? ਇਹ ਵੀ ਆਪਣੇ ਘਰ ਚਲੇ ਗਿਆ ਸੀ। ਅੱਛਾ, ਤੇ ਕੀ ਕੋਈ ਗੱਲ ਨਹੀਂ ਕੀਤੀ ਇਹਨੇ ਰਸਤੇ ਦੇ ਵਿੱਚ? ਕੀ ਨਹੀਂ, ਇਨਸਾਨ ਨੂੰ ਕਿਵੇਂ ਆਪਣੇ ਨਾਲ ਮੁਤਮਈਨ ਕੀਤਾ ਕਿ ਮੇਰੇ ਨਾਲ ਇਹ ਵਾਰਦਾਤ ਕਰ, ਮੇਰੀ ਬੀਵੀ ਨੂੰ ਮਾਰਦਾ ਤੇ ਇਰਾਦਾ ਨਹੀਂ ਸੀਗਾ। ਬਾਹਰ ਲੱਗਦਾ ਮੈਂ ਉਹਨੂੰ ਕਹਿੰਦਾ ਯਾਦ ਨੂੰ ਮੋਟਰਸਾਈਕਲ ਲੈ ਲਾ। ਅੱਛਾ, ਉਜਰਤ ਦਿੱਤੀ। ਉਜਰਤੀ ਕਾਤਲ ਹੈ ਇਨਸਾਨ। ਪੁੱਤਰ ਤੇ ਦੋਸਤ ਨੂੰ ਵੀ ਉਜਰਤੀ ਕਾਤਲ ਬਣਾਤਾ, ਆਪਣੀ ਬੀਵੀ ਨੂੰ ਕਤਲ ਕਰਤਾ। ਉਹ ਬੱਚਿਆਂ ਦਾ ਕੀ ਬਣੇਗਾ ਜਿਹੜੇ ਬੱਚੇ ਹੈਗੇ? ਇੱਕ ਛੋਟੀ ਬੱਚੀ ਵੀ ਹੈ 6 ਸਾਲ ਦੀ। ਬਾਕੀ ਕਿੰਨੇ ਬੱਚੇ ਨੇ? ਸ਼ਾਦੀशुदा? ਕਿੰਨੇ ਬੱਚੇ? ਤਿੰਨੋਂ ਸ਼ਾਦੀशुदा ਨੇ? ਦੋ ਸ਼ਾਦੀशुदा। ਬੇਟੇ ਬੇਟੀਆਂ? ਇੱਕ ਬੇਟੀ ਹੈ, ਇੱਕ ਬੇਟਾ। ਤੇ ਉਹਨਾਂ ਦੇ ਖਾਨਦਾਨ ਦੇ ਵਿੱਚ ਉਹਨਾਂ ਨੂੰ ਮਸਾਇਲ, ਪ੍ਰੋਬਲਮ, ਇਹਦਾ ਕੋਈ ਹੋਰ ਹੱਲ ਨਹੀਂ ਸੀ? ਕਤਲ ਕਰਨਾ ਹੀ ਹੈ 60 ਸਾਲ ਦੀ ਉਮਰ ਦੇ ਵਿੱਚ ਹੱਲ ਸੀ? ਅੱਜ ਜੀ ਦੇਖ ਲਓ, ਗਲਤੀ ਹੋ ਗਈ ਹੈ ਬਸ। ਗਲਤੀ ਕਿਉਂ ਹੋ ਗਈ ਹੈ? ਜੋ ਹੋਇਆ ਗਲਤ ਹੋਇਆ ਬਸ। ਇੱਕ ਬੰਦਾ, ਇੱਕ ਮਰਦ ਕਿਵੇਂ ਇੰਨਾ ਬੇਬਸ ਹੋ ਸਕਦਾ? ਤਲਾਕ ਦੇ ਦਿੱਤੀ ਸੀ ਤੇ ਉਹ ਤਲਾਕ ਜਾ ਰਹੀ ਸੀ ਤੇ ਲੀਗਲੀ ਤਲਾਕ ਦਵੋ ਜਿਹੜੀ ਪੂਰੀ ਹੁੰਦੀ ਹੈ। ਲੀਗਲੀ ਉਹ ਦਿੱਤਾ, ਨੋਟਿਸ ਦਿੱਤਾ ਬਕਾਇਦਾ। ਹਾਂ, ਨੋਟਿਸ ਦਿੱਤਾ ਕਚਹਿਰੀ ਦਾ ਲਿਜਾ ਕੇ ਨਾ, ਯੂਸੀ ਜਮ੍ਹਾਂ ਕਰਾਇਆ। ਸਮਝ ਗਿਆ? ਉਹਦੇ ਭਰਾ ਨੂੰ ਨੋਟਿਸ ਘੱਲਿਆ ਬਕਾਇਦਾ। ਕਹਿੰਦਾ ਜੀ ਮੈਂ ਨਹੀਂ, ਤੁਸੀਂ ਜਾਣੋ ਤੁਹਾਡਾ ਘਰ ਜਾਣਾ ਹੈ, ਮੈਨੂੰ ਨਹੀਂ ਪਤਾ। ਤੇ ਥਾਣੇ ਆਣ ਕੇ ਕਿਹਾ ਬਕਾਇਦਾ। ਸਮਝ ਗਏ? ਤੇ ਉਹ ਉਹਨਾਂ ਨੇ ਕਿਹਾ ਜੀ ਤੁਸੀਂ 3 ਹੋਣਗੇ ਪੂਰੀਆਂ ਤੇ ਫਿਰ ਆਉਣਾ। ਅੱਛਾ, ਉਹ ਕਹਿੰਦੀ ਤੇ ਦੂਸਰੀ ਤਲਾਕ ਮੈਨੂੰ ਤਾਂ ਦਿੱਤੀ, ਮੈਂ ਤੈਨੂੰ ਇੰਝ ਕਰ ਦਾਂਗੀ, ਮੈਂ ਤੈਨੂੰ ਇੰਝ ਕਰ ਦਾਂਗੀ, ਮੈਂ ਤੈਨੂੰ ਇੰਝ ਕਰ ਦਾਂਗੀ। ਤੇ ਬਕੂਏ ਤੋਂ 2 ਦਿਨ ਪਹਿਲੇ ਉਹਨੇ ਨਗਲੇ ਦਾ ਚੰਗੀ ਮੇਰੀ ਨਗਲੇ ਦਾ ਬਿਸਤੀ ਤੇ ਮੇਰੇ ਗਿਰੇਬਾਨ ਫੜ, ਮੇਰੀ ਧੀਆਂ ਭੈਣਾਂ, ਬੜਾ ਕੁਛ ਉਹਨੇ ਕੀਤਾ। ਬਹੁਤ ਜ਼ਬਰਦਸਤ ਕਿਸਮ ਦਾ ਜ਼ਲੀਲ ਕੀਤਾ। ਜਿੰਨੇ ਪੈਸੇ ਦੇਣਾ ਸੀ, ਪੈਸਿਆਂ ਦਾ ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਕਿੱਥੇ ਜਾਂਦੇ। 1 to 5 ਲੈ ਕੇ ਦਿੱਤਾ ਸਾਨੂੰ? ਨਹੀਂ, ਕਿੱਥੇ ਇੱਥੇ ਆ ਗਏ 1 to 5 ਕਿੱਥੇ ਲੈਣਾ ਸੀ, ਨਿਕਲ ਗਏ 1 to 5 ਸਕਦੇ ਸੀ। ਤੇ ਕਿੰਨੇ ਪੈਸੇ ਪੂਸੇ ਕਿੱਥੋਂ ਆਉਂਦੇ ਆ? ਕੰਮ ਤੇ ਛੱਡ ਦਿੱਤਾ ਹੋਇਆ, ਸਰਕਲ ਕਿੱਥੋਂ ਚੱਲਦਾ? ਉਹ ਜਗ੍ਹਾ ਜੁਗਾ ਹੀ ਸੀ, ਉੱਥੇ ਸਰਕਲ ਚੱਲਦਾ ਕਿਰਾਏ ਕਰੋਏ ਆਉਂਦੇ, ਪ੍ਰਾਪਰਟੀ ਹੈਗੀ ਹੈ? ਨਹੀਂ, ਪ੍ਰਾਪਰਟੀ ਹੈਗੀ ਨਹੀਂ ਸੀ, ਬਸ ਭਰਾਵਾਂ ਦੀ ਸੀ। ਉਹ ਕਹਿੰਦੇ ਚੱਲ ਯਾਰ ਅੱਜ ਤੂੰ ਲਈ ਜਾ ਯਾਰ। ਬਸ ਇਹੀ ਰੋਣਾ। ਬੱਚੇ ਮਿਲੇ ਇਸ ਵਾਰਦਾਤ ਤੋਂ ਬਾਅਦ ਆ ਕੇ ਇੱਥੇ ਥਾਣੇ? ਕੀ ਕਹਿੰਦੇ ਨੇ? ਉਹ ਕਹਿੰਦੇ ਪਾਪਾ ਤੂੰ ਕਿਉਂ ਐਸੀ ਹਰਕਤ ਕੀਤੀ? ਮੈਂ ਕਿਹਾ ਯਾਰ ਬਸ ਹੋ ਗਈ। ਮੁਤਮਈਨ ਹੋ ਨਹੀਂ ਇਹ ਹਰਕਤ ਕਰਕੇ? ਨਹੀਂ ਸਰ, ਮੈਂ ਕਿੰਨਾ ਕੁ ਮੁਤਮਈਨ, ਮੈਂ ਤੇ ਜਿੰਨਾ ਕੁ ਮੈਂ ਪਰੇਸ਼ਾਨ ਆ ਕਿ ਮੈਨੂੰ ਗੋਲੀ ਮਾਰ ਦਿਓ, ਮੈਂ ਹੁਣੇ ਮਰ ਜਾਵਾਂ। ਮੈਂ ਕਿੱਥੇ ਮੁਤਮਈਨ? ਕੋਈ ਹੱਲ ਨਹੀਂ ਹੈ ਇਸ ਚੀਜ਼ ਦਾ ਨਜ਼ਰ ਆਉਂਦਾ? ਇੰਨੀ ਉਮਰ ਗੁਜ਼ਾਰਤੀ, ਪਹਿਲੀ 10 ਸਾਲ ਤੋਂ ਬਾਅਦ ਵੀ ਇਹਨਾਂ ਨੇ ਇਸ ਤਰ੍ਹਾਂ ਕਰਨਾ ਸੀ। ਮੈਂ ਜੇ ਮਰ ਵੀ ਜਾਂਦਾ ਨਾ, ਉਹਨੇ 10 ਸਾਲ ਤੋਂ ਬਾਅਦ ਵੀ ਇਸ ਤਰ੍ਹਾਂ ਕਰਨਾ ਸੀ। ਮੈਨੂੰ ਨਜ਼ਰ ਆ ਰਿਹਾ ਸੀ ਕਿਉਂਕਿ ਜੋ ਹਾਲਾਤ ਮੇਰੇ ਨਾਲ ਕਰਦੀ ਵੀ ਸੀ ਨਾ, ਮੇਰੇ ਬੱਚਿਆਂ ਨਾਲ ਕਰ ਰਹੀ ਸੀ ਨਾ, ਉਹ ਮੈਨੂੰ ਪਤਾ ਸੀ ਇਹ ਮੇਰੇ ਰੱਬ ਸੀ। ਬਸ। ਤੇ ਮਾਰਨਾ ਹੀ ਮਤਲਬ ਹੱਲ ਹੈਗਾ? ਨਹੀਂ, ਹੱਲ ਬਸ ਐਵੇਂ ਇਨਸਾਨ
ਤਰਿੰਦਾ ਬਣ ਗਿਆ ਕੀ ਜੋਸ਼ ਚੜਿਆ ਕੋਈ ਸਮਝ ਤੋਂ ਬਾਹਰ। ਜੋਸ਼ ਕੀ ਚੜਿਆ, ਪਲੈਨਿੰਗ ਕੀਤੀ, ਪਲੈਨਿੰਗ ਕਰਕੇ ਕਲੋਰੋਫਾਰਮ ਮੰਗਵਾਇਆ ਪੂਰਾ। ਸ਼ੈਤਾਨ ਆ ਜਾਵੇ ਤੇ ਫਿਰ ਇਸੇ ਤਰ੍ਹਾਂ ਹੀ ਹੁੰਦਾ। ਤਾਂ ਸਾਫ਼ ਗੱਲ ਦੱਸ। ਤੇ ਇਹ ਨਹੀਂ ਪਤਾ ਸੀ ਕਿ ਇਹਦੀ ਸਜ਼ਾ ਵੀ ਹੁੰਦੀ ਹੈ, ਬੰਦਾ ਫੜਿਆ ਵੀ ਜਾਂਦਾ ਹੈ। ਸਮਝ ਰਹੇ ਸੀ ਨਿਕਲ ਜਾਓਗੇ ਇਹਦੇ ਵਿੱਚੋਂ। ਹੁਣ ਕੋਈ ਆਇਆ ਮਤਲਬ ਇੰਨੀ ਉਮਰ ਹੈਗੀ ਹੈ, 60 ਸਾਲ ਜ਼ਿੰਦਗੀ ਦੇ ਗੁਜ਼ਾਰੇ, ਬੱਚੇ ਪੈਦਾ ਕੀਤੇ, ਉਹਨਾਂ ਦੀਆਂ ਸ਼ਾਦੀਆਂ ਕੀਤੀਆਂ, ਫਿਰ ਦੂਸਰੀ ਸ਼ਾਦੀ ਕੀਤੀ, ਕੋਈ ਜ਼ਿਹਨ ਦੇ ਵਿੱਚ ਆਈ ਹੈ ਕੋਈ ਗੱਲ, ਕੋਈ ਜਿਹਨੂੰ ਅਕਲ ਕਹੀਦਾ ਕੀ ਕਰਨਾ ਚਾਹੀਦਾ ਸੀ ਤੇ ਕੀ ਨਹੀਂ ਕਰਨਾ ਚਾਹੀਦਾ ਸੀ ਜਿਹਦੇ ਨਾਲ ਜ਼ਿੰਦਗੀ ਸਕੂਨ ਦੀ ਗੁਜ਼ਰਦੀ। ਮੈਂ ਉਹਨੂੰ ਛੱਡਣ ਦੀ ਇੰਨੀ 150% ਕੋਸ਼ਿਸ਼ ਕੀਤੀ ਕਿ ਮੇਰੀ ਜਾਨ ਛੱਡ ਦੇ। ਕਹਿੰਦੇ ਮੈਂ ਤੇਰੀ ਜਾਨ ਨਹੀਂ ਛੱਡਣੀ, ਜਿੰਨੀ ਦੇਰ ਤੱਕ ਜਾਂ ਤੂੰ ਮੈਨੂੰ ਮਾਰੇਗਾ ਜਾਂ ਮੈਂ ਮਰਾਂਗਾ, ਮੈਂ ਉਹਨੇ ਤੇ ਜਾਨ ਨਹੀਂ ਛੱਡਾਂਗਾ, ਜਿੰਨੀਆਂ ਮਰਜ਼ੀ ਤਲਾਕਾਂ ਦੇ। ਅੱਗੇ ਕੀ ਕਰਦਾ ਫਿਰ ਇਹੀ ਹੱਲ ਸੀ। ਸਰ ਕੀ ਕਰਦਾ ਦੱਸੋ, ਤਾਂ ਦੱਸੋ ਤੁਸੀਂ ਅੱਗੇ ਮੈਂ ਕੀ ਕਰਦਾ। ਜਾਂ ਮੈਂ ਆਪ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਦੇ ਕੋਲ ਜਾਨ ਛੁਡਾ ਲਵਾਂ। ਇਹਨੇ ਮੇਰੇ ਮਰਨ ਤੋਂ ਬਾਅਦ ਵੀ ਇਹਨੇ ਮੇਰੇ ਬੱਚੇ ਦੀ ਮਿੱਟੀ ਢੋਲ ਲਈ ਸੀ। ਮੈਨੂੰ ਨਜ਼ਰ ਆ ਰਿਹਾ ਸੀ ਨਾ ਜੋ, ਕਿਉਂਕਿ ਇੱਥੋਂ ਗਾਲ ਕੱਢਦੇ ਸੀ, ਪੂਰਾ ਮਹੱਲਾ ਸੁਣਦਾ ਸੀ। ਤੇ ਕਿਉਂ ਕੱਢਦੀ ਸੀ ਇੱਕ ਮਰਦ ਪਤਾ ਨਹੀਂ ਇਹਦਾ ਕੋਈ ਦਿਮਾਗ ਖਰਾਬ ਸੀ। ਉਹਦੀ ਬੀਵੀ ਕਿਉਂ ਗਾਲਾਂ ਕੱਢਦੀ? ਅੱਲਾ ਜਾਣੇ ਦਾ ਕੀ ਦਿਮਾਗ ਖਰਾਬ ਸੀ, ਸਮਝ ਗਏ। ਹਰ ਕੰਮ ਤੇ ਕਹਿੰਦੀ ਕਿ ਆਪਣੇ ਬੱਚੇ ਨੂੰ ਬੀਵੀ ਤੇ ਮਰਦ ਨੇ ਚਲਾਣੀ ਹੁੰਦੀ ਹੈ ਨਾ ਆਪਣੇ ਮੁਤਾਬਕ, ਤੇ ਤੁਸੀਂ ਚੱਲਦੀ ਨਹੀਂ ਸੀ ਪਈ। ਮੈਂ ਤਾਂ ਬਥੇਰਾ ਕੋਸ਼ਿਸ਼ ਕੀਤੀ। 8 ਸਾਲ ਗੁਜ਼ਾਰਤੇ, 6 ਸਾਲ ਦੀ ਬੱਚੀ ਉਹਦੇ ਵਿੱਚੋਂ, ਤੇ ਫੇਰ ਨਹੀਂ ਚੱਲ ਰਹੀ ਸੀ। ਉਹਦੇ ਘਰ ਵਾਲੇ ਅੱਗੇ ਹੱਥ ਜੋੜੇ, ਸਾਰਿਆਂ ਦੇ ਜੋੜੇ, ਲੈ ਜਾਓ ਲੈ ਜਾਓ। ਕਹਿੰਦਾ ਨਹੀਂ ਸਾਡੇ ਵਾਸਤੇ ਬਾਹਰ। ਉਹ ਤੇ ਮਰ ਗਈ ਹੈ, ਉਹਦੇ ਕੋਲ ਤੇ ਪੁੱਛਿਆ ਵੀ ਨਹੀਂ ਜਾ ਸਕਦਾ। ਹੁਣ ਤੇ ਇਲਜ਼ਾਮ ਨੇ ਨਾ ਜਨਾਬ, ਜੋ ਮਰਜ਼ੀ ਲਾਉਂਦੇ ਰਹਿਣ। ਅੱਲਾ ਦੀ ਮਿਹਰਬਾਨੀ ਨਾਲ ਬਿਲਕੁਲ ਹੱਕ ਦੀ ਸੱਚ ਦੀ ਗੱਲ ਕਰ ਰਹੇ। ਮਰ ਜਾਣਾ ਪਰ ਸੱਚੀ ਗੱਲ ਤਾਂ ਅਟਰ ਕਰ ਰਹੇ ਬਸ। ਅਨਵਰ ਇੱਕ ਪਾਸੇ ਜ਼ਿੰਦਗੀ ਮਹਾਲ ਕੀਤੀ ਸੀ ਤੇਰੇ ਮੁਤਾਬਿਕ ਕਿ ਗਾਲਾਂ ਕੱਢਦੀ ਸੀ, ਜੀਣ ਨਹੀਂ ਦਿੰਦੀ ਸੀ, ਦੂਸਰੇ ਪਾਸੇ ਤਲਾਕ ਦਿੰਦੇ ਸੀ, ਤਲਾਕ ਵੀ ਨਹੀਂ ਲੈਣ ਦਿੰਦੀ ਸੀ। ਉਹਦੇ ਪਿੱਛੇ ਵਜੂਹਾਤ ਕੀ ਸੀ, ਕੀ ਵਜ੍ਹਾ ਸੀ ਕਿ ਉਹ ਇਹ ਸਭ ਕੁਝ ਕਰ ਰਹੀ ਸੀ? ਜ਼ਿੰਦਗੀ ਵੀ ਖਰਾਬ ਕੀਤੀ ਸੀ, ਗਾਲਾਂ ਵੀ ਕੱਢਦੀ ਸੀ, ਤਲਾਕ ਵੀ ਨਹੀਂ ਲੈਂਦੀ ਸੀ, ਜ਼ਬਰਦਸਤੀ ਲੈ ਰਹੀ ਸੀ, ਪਿੱਛੇ ਕੀ ਸੀ ਵਜ੍ਹਾ? ਪਿੱਛੇ ਵਜ੍ਹਾ ਸੀ ਪੈਸੇ। ਉਹ ਕਿਹੜੇ ਪੈਸੇ? ਮੇਰੇ ਕੋਲ ਪੈਸੇ ਹੈਗੇ ਸਨ, ਸਮਝ। ਆਪਣੀ ਭੈਣਾਂ ਭਰਾਵਾਂ ਨੂੰ ਖਵਾਉਂਦੀ ਸੀ, ਤੇ ਜਿਸ ਵੇਲੇ ਪੁੱਛਣਾ ਤਾਂ ਕਹਿੰਦੀ ਭੇਗੇ ਨੇ ਮੇਰੇ ਕੋਲ, ਪੇ ਲੈ ਲਓ, ਕਰ ਲਓ। ਮੈਂ ਕਿਹਾ ਚੱਲ ਠੀਕ ਹੈ, ਪੇ ਨੇ ਤੇ ਪੇ। ਕਿੰਨੇ ਕੁ ਪੈਸੇ ਹੋਣਾ 10-20 ਲੱਖ ਰੁਪਈਆ ਬਸ? ਹਾਂ, ਇਹਦੇ ਪਿੱਛੇ ਮਕਾਨ ਆਪਣਾ ਸੀ। ਅੱਛਾ, ਸਮਝ ਗਏ। ਜਿਸ ਵੇਲੇ ਕਹਿੰਦੀ ਮਕਾਨ ਮੇਰੇ ਨਾਮ ਲਾ ਦੇ, ਮੇਰੇ ਨਾਲ। ਮੈਂ ਕਿਹਾ ਮੇਰੇ ਮਰਨ ਤੋਂ ਬਾਅਦ ਸਾਰਿਆਂ ਦਾ ਹੀ ਹੈ, ਤੇਰਾ ਵੀ ਹੱਕ ਬਣਦਾ, ਬੱਚਿਆਂ ਦਾ ਵੀ ਹੱਕ ਬਣਦਾ। ਪਿੱਛੇ ਕੋਈ ਕਰੋੜਾਂ ਰੁਪਏ ਦੀ ਪ੍ਰਾਪਰਟੀ ਸੀ ਜਿਹਦੀ ਵਜ੍ਹਾ ਸੀ? ਕੋਈ ਕਰੋੜਾਂ ਰੁਪਏ ਦੀ ਪ੍ਰਾਪਰਟੀ। ਤੇ ਫਿਰ ਤਲਾਕ ਵੀ ਨਾ ਲੈਣਾ, ਗਾਲਾਂ ਵੀ ਕੱਢਦੇ ਰਹਿਣਾ, ਅਜ਼ੀਅਤ ਵੀ ਦੇਣਾ, ਉਹਦੇ ਪਿੱਛੇ ਕੀ ਵਜ੍ਹਾ ਹੋ ਸਕਦੀ? ਵਜ੍ਹਾ ਤੇ ਹੋਵੇ ਕਿ ਪ੍ਰਾਪਰਟੀ ਜਿਹੜੀ ਨਾਮ ਲੱਗਣੀ। ਕੋਈ ਵੱਡਾ ਬਸ ਕਹਿੰਦੀ ਮਕਾਨ ਮੇਰੇ ਨਾਮੇ ਲਾ ਦੇ। ਹਾਂ, ਅਸਲ ਤੌਰ ਤੇ ਨਾ ਬਹੁਤ ਮਾੜੇ ਸੀ, ਬਹੁਤ ਜ਼ਿਆਦਾ। ਉਹਦੇ ਆਪਣੇ ਭੈਣ ਭਰਾਵਾਂ ਸਪੋਰਟ ਕਰ ਰਹੀ ਸੀ। ਹੁਣ 60 ਸਾਲ ਉਮਰ ਹੈ, 8 ਸਾਲ ਪਹਿਲੇ ਸ਼ਾਦੀ ਕੀਤੀ, 52 ਸਾਲ ਉਮਰ ਹੋਏਗੀ, ਬੱਚੇ ਜਵਾਨ ਹੋ ਗਏ ਸੀ, ਸ਼ਾਦੀ ਕੀਤੀ ਸੀ ਉਦੋਂ? ਦੋ ਦੀ ਸ਼ਾਦੀ ਕਰਤੀ ਸੀ। ਫਿਰ ਬੱਚੇ ਰਾਜ਼ੀ ਸੀ? ਇਹੋ ਜਿਹੀ ਕੀ ਮੌਕਾ ਬਣਿਆ ਕਿ 52 ਸਾਲ ਦੀ ਉਮਰ 'ਚ ਸ਼ਾਦੀ ਕਰਨਾ ਪੈ ਗਈ? ਬੱਚਿਆਂ ਦੀ ਮਰਜ਼ੀ ਨਾਲ ਕੀਤੀ? ਉਹਨਾਂ ਦੀ ਮੌਜੂਦਗੀ ਸੀ ਸ਼ਾਦੀ ਦੇ ਵਿੱਚ? ਹਾਂਜੀ ਮੌਜੂਦਗੀ, ਬਸ ਉਹਦੀ ਚ ਗਏ ਨਾਰਾਜ਼ ਸਨ ਤੇ ਬਾਹਰ ਫਿਰ ਰੱਚ ਵਿੱਚ ਗਏ ਸਨ। ਉਹਨੇ ਬੱਚਿਆਂ ਨੂੰ ਖਲੋਣ ਨਹੀਂ ਦਿੱਤਾ। ਪਹਿਲੀ ਬੀਵੀ ਕਿੰਜ ਫੌਤ ਹੋਈ? ਬਿਮਾਰ ਸੀ? ਉਹਦੇ ਫੇਲ ਹੋ ਗਏ ਸਨ। ਉਹਦੇ ਨਾਲ ਕਿਹੋ ਜਿਹੀ ਜ਼ਿੰਦਗੀ ਗੁਜ਼ਰੀ? ਬਹੁਤ ਆਲਾ ਜ਼ਿੰਦਗੀ, ਬਹੁਤ ਹੀ ਆਲਾ ਜ਼ਿੰਦਗੀ ਸੀ। ਤੇ ਆਪਣੀ ਫਿਰ ਜਵਾਨੀ ਲੜ ਰਹੀ ਸੀ 52 ਸਾਲ ਦੀ ਉਮਰ ਦੇ ਵਿੱਚ। 52 ਸਾਲ ਉਮਰ ਹੋ ਗਈ, ਬੱਚੇ ਵੀ ਵਿਆਹ ਤੇ, ਬੀਵੀ ਵਫਾ ਕਰਕੇ ਚਲੀ ਗਈ, ਤੇ ਫਿਰ ਵੀ ਸ਼ਾਦੀ ਕਰਨਾ ਇਹ ਕਿਹੜੀ ਕੰਮ ਸੀ? ਇਹ ਹੁਣ ਇਹ ਜ਼ਲਾਲਤ ਪੈਣੀ ਸੀ ਨਾ ਗੱਲ 'ਚ, ਜ਼ਲਾਲਤ ਪੈਣੀ ਸੀ ਗੱਲ 'ਚ। ਕੁਦਰਤ ਦਾ ਨਿਜ਼ਾਮ ਹੈ। ਮੈਂ ਬੇਬਸ ਹੋ ਗਿਆ। ਕਿੰਨੇ ਅਰਸਾ ਪਹਿਲੇ ਬੀਵੀ ਬਹੁਤ ਹੋਈ ਪਹਿਲੀ? 10 ਸਾਲ ਪਹਿਲੇ ਬਹੁਤ ਹੋ ਗਈ। ਤੇ ਕਿੰਨੇ ਦੇਰ ਬਾਅਦ ਸ਼ਾਦੀ ਕੀਤੀ? 2 ਸਾਲ ਬਾਅਦ। ਜ਼ਰੂਰੀ ਸੀ ਸ਼ਾਦੀ ਕਰਨਾ, ਜਾਂ ਤੇ ਬੱਚੇ ਪਾਲਨੇ ਹੋਣ ਨਾ ਨਿੱਕੇ ਨਿੱਕੇ, ਤੇ ਫਿਰ ਦੂਸਰੀ ਸ਼ਾਦੀ ਕਰਨੀ ਹੁੰਦੀ? ਬੱਚੇ ਨਹੀਂ ਸੁਣਾਣ ਕੇ ਕੱਲਾ ਲੰਮੇ ਪੈ ਰਹਿਣਾ ਦਾ ਕਮਰੇ 'ਚ। ਜਿਵੇਂ ਕੰਮ ਤੋਂ ਆਉਣਾ ਤੇ ਲੰਮੇ ਪੈ ਜਾਣਾ, ਕੰਮ ਤੋਂ ਆਉਣਾ ਲੰਮੇ ਪੈ ਜਾਣਾ। ਬੱਚਾ ਕੋਈ ਨਹੀਂ ਰਹਿੰਦਾ ਸੀ ਨਾਲ? ਨਹੀਂ। ਹਾਂ, ਉਹ ਲੈਦਾ ਰਹਿੰਦੇ ਨੇ। ਸ਼ਾਦੀ ਕਰਦੇ ਨਹੀਂ, ਬੱਚੇ ਥੱਲੇ, ਮੈਂ ਆਪਣੇ ਕਮਰੇ 'ਚ। ਮੈਨੂੰ ਸ਼ੁਰੂ ਤੋਂ ਆਦਤ ਸੀ ਕਿ ਆਰਾਮ ਨਾਲ ਇਕੱਲੇ ਬੰਦਾ ਲੰਮੇ ਪੈ ਰਵੇ। ਸਮਝ ਆਦਤ ਹੈਗੀ ਸੀ। ਉਹ ਬਸ ਸੋਚੀ ਪਿਆ ਬੰਦਾ। ਫਿਰ ਮੈਂ ਰੱਬ ਦੇ ਘਰ ਚਲੇ ਗਿਆ ਤੇ ਮੇਰਾ ਸ਼ੁਕਰ ਕੀਤਾ। ਉੱਥੋਂ ਆਇਆ ਤੇ ਇਹਨਾਂ ਨੇ ਮੁੰਡੇ ਨੇ ਕਿਹਾ ਰਿਸ਼ਤਾ ਹੈਗਾ, ਕਰਵਾ ਦਿਓ ਯਾਰ। ਤੇ ਅੱਗੇ ਵੀ ਇਹਨੂੰ ਤਲਾਕ ਹੋਈ ਸੀ ਬੁੱਢੀ ਨੂੰ। ਇਸ ਬੁੱਢੀ ਨੂੰ ਅੱਗੇ ਵੀ ਤਲਾਕ ਹੋਈ ਸੀ। 8 ਸਾਲ ਘਰ ਬੈਠੀ ਰਹੀ, 9 ਸਾਲ। ਰਿਸ਼ਤਾ ਕਿੰਨੇ ਕਰਵਾਇਆ? ਦੋਸਤ ਹੈਗਾ ਸੀ, ਉਹ ਛੱਡ ਛੁੱਟ ਗਏ ਨੇ ਇੱਥੋਂ। ਦੋਸਤ ਸੀ।
ਉਹਨੂੰ ਨਹੀਂ ਵਿੱਚ ਪਾਇਆ ਗਿਆ, ਵੇਖੋ ਮੇਰੀ ਉਹਨੂੰ ਵੀ ਜ਼ਿੰਦਗੀ 10 ਦਫਾ ਪਾਇਆ, 50 ਦਫਾ ਪਾਇਆ, ਉਹਨੇ ਵੀ ਬੜਾ ਬਿਸਤ ਕੀਤਾ ਪਰ ਨਹੀਂ ਸਮਝਦੀ ਸੀ। 6 ਸਾਲ ਦੀ ਬੇਟੀ, ਉਹਦਾ ਕੀ ਬਣੇਗਾ? ਰੁੱਲ ਗਈ ਵਿਚਾਰੀ, ਜਿਸ ਤਰ੍ਹਾਂ ਮੈਂ ਰੁੱਲਣਾ ਪਿਆ, ਮਾਸੀਆਂ ਦੇ ਕੋਲ ਗਿਆ। ਇਹਦੀ ਭੈਣਾਂ ਕੋਲ ਹਾਂਜੀ ਪਤਾ ਹੈ ਕਤਲ ਦੀ ਸਜ਼ਾ ਕੀ? ਹਾਂਜੀ ਮੌਤ ਹੀ ਹੈ। ਮੌਤ ਹੀ ਹੈ। ਕੀ ਹੋਣੀ ਚਾਹੀਦੀ? ਮਾਫੀ ਲੱਭ ਜੇ ਤੇ ਬੱਚੀ ਨੂੰ ਸੰਭਾਲ ਲਾਂਗਾ, ਨਹੀਂ ਲੱਭੇਗੀ ਤੇ ਅੱਲਾ ਵਾਰਸ, ਕੀ ਕਰ ਸਕਦਾ। ਮਾਫੀ ਲੱਭਣੀ ਚਾਹੀਦੀ ਜਾਂ ਇਹਦਾ ਕੰਮ ਕੀਤਾ ਹੈ? ਉਹ ਕਿਉਂਕਿ ਬੱਚੀ ਮੇਰੀ ਜਿਹੜੀ ਰੁੱਲ ਜਾਣੀ, ਰੁੱਲ ਜਾਣੀ। ਤੇ ਪਹਿਲੇ ਕਿਉਂ ਨਹੀਂ ਸੋਚਿਆ ਕੰਮ ਕਰਨ ਤੋਂ ਪਹਿਲੇ? ਬਸ ਮੈਂ ਤੇ ਬਾਅਦ ਚ ਮਾਫੀ ਯਾਦ ਆ ਗਈ, ਬਸ ਪਹਿਲੇ ਨਹੀਂ ਯਾਦ ਆਉਂਦਾ ਕੁਝ? ਉਦੋਂ ਦਰਿੰਦਗੀ ਚਾਹੀ ਹੁੰਦੀ। ਕਤਲ ਹੀ ਇੱਕ ਵਾਹਿਦ ਹੱਲ ਕਿਉਂ ਹੈ? ਉਹਦੇ ਤੋਂ ਇਲਾਵਾ ਬੜੇ ਹੱਲ ਨੇ। ਆਪ ਬੰਦਾ ਚਲਾ ਜਾਵੇ ਜ਼ਬਰਦਸਤੀ, ਕੀ ਮਤਲਬ? ਗਨ ਪੁਆਇੰਟ ਦੇ ਉੱਤੇ ਰਹਿ ਰਹੀ ਸੀ, ਗਨ ਪੁਆਇੰਟ ਤੇ ਰਹਿ ਰਹੀ ਸੀ, ਤੇ 8 ਸਾਲ ਤੋਂ ਮਾਰਿਆ ਤੇ ਨਹੀਂ, ਗਨ ਪੁਆਇੰਟ ਤੇ ਰਹਿ ਰਹੀ ਸੀ। 8 ਸਾਲ ਤੋਂ ਤਰਲਾ ਹੀ ਕਰਦਾ ਰਿਹਾ ਬੰਦੇ ਦੀ ਪੁੱਤਰ, ਮਕਤੂਲਾ ਹੀ ਬਣੀ ਹੈ ਕਾਤਲ ਤੇ ਜਨਾਬ ਨੇ। ਚਲੋ ਅੱਲਾ ਵਾਰਸ, ਕੀ ਕਰ ਸਕਦੇ। ਗਨ ਪੁਆਇੰਟ ਤੇ ਕਿਵੇਂ ਰਹਿ ਸਕਦੀ ਹੈ ਕੋਈ? ਸਰ ਬਸ ਕਹਿੰਦੇ ਨੇ ਜਿਹਦੇ ਨਾਲ ਬੀਤਦੀ ਹੋਵੇ ਉਹਨੂੰ ਪਤਾ ਹੁੰਦਾ, ਦੂਸਰੇ ਤੇ ਕਹਿੰਦੇ ਨੇ ਕਿ ਯਾਰ ਇੰਜ ਕੀਤਾ ਇੰਜ ਕੀਤਾ। ठीक है नाजरीन, आपने तफसीली गुफ्तगू सुनी मरकजी मुलजिम की। अब हमराई जो साथी मुलजिम है जिसने ये सारी कत्ल की प्लानिंग की और उसके बाद किस खौफनाक तरीके से उस खातून को कत्ल किया गया, ये उसी की ज़ुबानी आपको सुनाते हैं। नाज़रीन, अब हमारे साथ एहसान नामी वो मुल्जिम मौजूद है जिसने अपने बाप के दोस्त के साथ मिलकर उसी की बीवी को बेदर्दी के साथ मौत के घाट उतारा। किस तरह से ये कत्ल की प्लानिंग की गई, क्लोरोफोन इसने कैसे मंगवाया और किस तरह से फिर वारदात की और बिल आखिर ये पुलिस की गिरफ्त में कैसे आया, इसी की ज़ुबानी आपको सुनाते हैं। हाँ भाई, की करना है? मैं उबर चलाता हूँ। उबर चलाना है? कितने का रहने वाला है? गुजरपुरा। गुजरपुरे रहना है। कितने भैन भरा हो? 3 ਭੈਣਾਂ ਨੇ ਤੇ ਇੱਕ ਭਰਾ ਹੈ ਛੋਟਾ। ਵਾਲਦਾ ਨੇ, ਮਿਸੀ ਦੇ 2 ਬੱਚੇ ਨੇ ਮੇਰੇ। ਬੱਚੇ ਵੀ ਨੇ ਤੇਰੇ? ਕਿੰਨੀ ਉਮਰ ਹੈ? ਬੇਟੀ 2 ਸਾਲ ਦੀ ਹੈ, ਬੇਟਾ 4 ਸਾਲ ਦਾ। ਬੇਟੀ 2 ਸਾਲ ਦੀ ਹੈ, ਬੇਟਾ 4 ਸਾਲ ਦਾ ਹੈ। ਤੇ ਉਬਰ ਚਲਾਣਾ ਹੈ? ਜੀ। ਆਪਣੀ ਚਲਾਣਾ ਹੈ ਕਿਸੇ ਦੀ? ਬਾਈਕ ਤੇ ਚਲਾਉਣਾ। ਅੱਛਾ, ਆਪਣੀ ਬਾਈਕ ਦੇ ਉੱਤੇ ਚਲਾਣਾ ਹੈ। ਸਹੀ ਹੈ। ਤੇ ਅਨਵਰ ਕੌਣ ਹੈ? ਵਾਲਿਦ ਸਾਹਿਬ ਦਾ ਦੋਸਤ। ਵਾਲਿਦ ਸਾਹਿਬ ਦਾ ਦੋਸਤ। ਤੇ ਵਾਲਿਦ ਸਾਹਿਬ ਕਿੱਥੇ? ਫੌਤ ਹੋ ਗਏ ਨੇ। ਕਦੋਂ? ਸਾਲ ਪਹਿਲੇ। ਸਾਲ ਪਹਿਲੇ। 10 ਅਕਤੂਬਰ ਨੂੰ ਸਾਲ ਹੋਈ ਹੈ। ਠੀਕ ਹੈ। ਤੇ ਉਹਦੇ ਫੌਤ ਹੋਣ ਤੋਂ ਬਾਅਦ ਵੀ ਮਿਲਦਾ ਸੀ ਅਨਵਰ ਨੂੰ? ਹਾਂਜੀ, ਘਰ ਇਹਨਾਂ ਦਾ ਮਸਲਾ ਕਿ ਇਸਲਾਮਾਬਾਦ ਵਾਲਿਦ ਸਾਹਿਬ ਨਾਲ ਅੱਛੀ ਕਿਸੇ ਜੋ ਜ਼ਿੰਦਾ ਸਨ ਉਦੋਂ ਵੀ ਆਉਂਦੇ ਜਾਂਦੇ ਰਹਿੰਦੇ ਸਨ। ਉਹਨਾਂ ਦੇ ਇੰਤਕਾਲ ਤੋਂ ਬਾਅਦ ਬਸ ਇਹਨਾਂ ਦੇ ਨਾਲ ਕਾਫੀ ਇਸਲਾਮ ਦਾ ਗਹਿਰੀ ਹੋ ਗਈ। ਦੋਸਤੀ ਕਰ ਲਈ? ਨਹੀਂ, ਦੋਸਤੀ ਨਹੀਂ ਕੀਤੀ। ਇਹਨਾਂ ਦੀ ਨਾ ਬੇਟਾ ਹੈਗਾ ਸੀ, ਇਹਨਾਂ ਨੇ ਨਾ ਸਿਸਟਰ ਦਾ ਰਿਸ਼ਤਾ ਮੰਗਿਆ ਸੀ ਕਿ ਜੀ ਤੁਸੀਂ ਆਪਣੀ ਬੇਟੀ ਦਾ ਰਿਸ਼ਤਾ ਮੈਨੂੰ ਦੇ ਦਿਓ, ਮੈਂ ਸਿਰ ਤੇ ਹੱਥ ਰੱਖਣਾ ਚਾਹੁੰਦਾ। ਬਸ ਉਸੇ ਸਿਲਸਿਲੇ 'ਚ ਇਹਨਾਂ ਦੇ ਨਾਲ ਨਾ ਮੁਲਾਕਾਤ ਹੁੰਦੀ ਰਹਿੰਦੀ ਸੀ। ਕਿੰਨੇ ਮੰਗਿਆ ਸੀ? ਹਾਈ ਸਾਹਿਬ ਨੇ। ਕਿਹੜੇ ਹਾਜੀ ਸਾਹਿਬ ਨੇ? ਹਾਜੀ ਅਨਵਰ ਨੇ। ਕਿਹਦਾ ਮੰਗਿਆ ਸੀ? ਮੇਰੀ ਸਿਸਟਰ ਦਾ, ਛੋਟੀ ਦਾ। ਅੱਛਾ, ਕਦੋਂ? ਇਹ ਕੋਈ ਜੋ ਵਾਲਿਦ ਸਾਹਿਬ ਦਿੰਦਾ ਸੀ ਨਾ ਉਦੋਂ ਦੀ ਗੱਲ ਕੀਤੀ ਸੀ ਉਹਨਾਂ ਨਾਲ। ਤੇ ਕੀਤੀ ਸ਼ਾਦੀ ਫਿਰ? ਨਹੀਂ, ਜ਼ਰਾ ਹਾਲਾਤ ਸੈੱਟ ਨਹੀਂ ਸਨ ਹੈਗੇ ਤੇ ਇਸ ਕਰਕੇ ਉਹਨਾਂ ਨੂੰ ਕਿਹਾ ਸੀ ਸਬਰ ਕਰੋ, ਜਦੋਂ ਹੋਣਗੇ ਤੁਹਾਨੂੰ ਆਵਾਜ਼ ਦੇ ਦੇਵਾਂਗੇ। ਠੀਕ ਹੈ। ਤੇ ਫਿਰ ਜ਼ਿਆਦਾ ਮਿਲਣਾ ਜੁਲਣਾ ਹੋ ਗਿਆ? ਉਸੇ ਕਰਕੇ ਮਿਲਣਾ ਜੁਲਣਾ ਹੋ ਗਿਆ। ਕਿਹੋ ਜਿਹੇ ਲੋਕ ਨੇ, ਕੀ ਨੇ ਮਾਮਲਾਤ ਕਰਦੇ। ਹਾਂ, ਉਹ ਬਸ ਇਸ ਕਰਕੇ ਹੀ ਮਾਮਲਾਤ ਹੋਇਆ। ਠੀਕ ਹੈ, ਮਿਲਣਾ ਜੁਲਣਾ ਹੋ ਗਿਆ। ਫਿਰ ਅਨਵਰ ਕਦੋਂ ਮਿਲਦਾ ਸੀ ਤੈਨੂੰ? ਹਰ ਦੂਸਰੇ ਤੀਸਰੇ ਦਿਨ ਮਿਲਦੇ ਰਹਿੰਦੇ ਸਨ, ਫੋਨ ਕਰਕੇ ਬੁਲਾਉਂਦੇ ਸਨ। ਮੈਂ ਜਿਵੇਂ ਹੀ ਕੰਮ ਤੋਂ ਵਾਪਸ ਆਉਂਦਾ ਸੀ ਫੋਨ ਕਰਦੇ ਸਨ, ਕਿੱਥੇ ਹੋ? ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਮੈਂ ਘਰ ਆਇਆ ਫਲਾਣੀ ਜਗ੍ਹਾ ਤੇ, ਵਾਪਸੀ ਤੇ ਮਿਲ ਕੇ ਜਾਣਾ। ਠੀਕ ਹੈ। ਬਸ ਇਸ ਤਰ੍ਹਾਂ ਮੁਲਾਕਾਤ ਹੁੰਦੀ ਰਹਿੰਦੀ ਸੀ। ਤੇ ਕੀ ਕਰਦਾ ਸੀ ਆਪਣੀ ਬੀਵੀ ਦੇ ਬਾਰੇ 'ਚ ਗੱਲਾਂ? ਬੀਵੀ ਦੇ ਬਾਰੇ ਅਕਸਰ ਦੱਸਦੇ ਸਨ ਕਿ ਜੀ ਇਸ ਤਰ੍ਹਾਂ ਤੰਗ ਕਰਦੀ ਹੈ ਮੈਨੂੰ ਬੜਾ, ਯਾਨੀ ਕਿ ਗਾਲਾਂ ਕੱਢਦੀ ਹੈ। 2 ਦਫਾ ਇਹਨਾਂ ਨੇ ਖੁਦ ਜਿਹੜਾ ਹੈਗਾ ਨਾ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਇਹਨਾਂ ਨੂੰ ਸਮਝਾਉਂਦਾ ਰਿਹਾ ਕਿ ਇਹ ਸਭ ਕੋਈ ਗੱਲ ਨਹੀਂ, ਘਰ ਦੇ ਮਾਮਲਾ ਚੱਲਦੇ ਰਹਿੰਦੇ ਨੇ। ਕਿਵੇਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ? ਮਤਲਬ ਕਿ ਪਹਿਲੇ ਇਹਨਾਂ ਨੇ ਜਿਹੜਾ ਹੈਗਾ ਨਾ ਕੋਈ ਨੀਂਦਰ ਦੀਆਂ ਗੋਲੀਆਂ ਪਤਾ ਨਹੀਂ ਕਿੱਥੋਂ ਲੈ ਆਂਦੀਆਂ ਸੀ, ਉਹ ਖਾਣ ਲੱਗੇ ਸਨ ਸਾਰੀਆਂ। ਉਹ ਮੈਂ ਫੜ ਕੇ ਸੁੱਟ ਦਿੱਤੀਆਂ। ਦੇਖੋ ਤੇਰੇ ਸਾਹਮਣੇ ਆ ਕੇ ਖਾਣ ਲੱਗੇ ਸੀ? ਹਾਂ, ਜਿਹਨਾਂ ਨਾਲ ਗੱਡੀ 'ਚ ਬੈਠਾ ਸੀ ਨਾ। ਅੱਛਾ। ਤੇ ਉਹ ਖਾਣ ਲੱਗੇ, ਮੈਂ ਫੜ ਕੇ ਸੁੱਟ ਦਿੱਤੀਆਂ। 1-2 ਦਫਾ ਇਹਨਾਂ ਨੇ ਇਸ ਤਰ੍ਹਾਂ ਹੀ ਕੀਤਾ। ਗੱਡੀ ਕਿਹਦੀ ਸੀ? ਇਹਨਾਂ ਦੀ ਕਾਰ? ਹਾਂਜੀ, ਮੈਂ ਹੈਰਾਨ। ਅੱਛਾ। ਇਹਨਾਂ ਨੂੰ ਸਮਝਾਉਂਦਾ ਰਿਹਾ ਕਿ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰੋ। ਕਾਫੀ ਟਾਈਮ ਮੈਨੇ ਕਿਹਾ, ਲੰਘਦਾ ਰਿਹਾ। ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਯਾਰ ਮੈਨੂੰ ਨਾ ਮੈਨੂੰ ਡਰਾਉਣਾ ਚਾਹੁੰਦਾ। ਠੀਕ ਹੈ, ਮੈਂ ਕਿਹਾ ਇਹ ਸਭ ਕਿਸ ਤਰ੍ਹਾਂ ਦਾ ਡਰਾਉਣਾ ਚਾਹੁੰਦੇ ਹੋ? ਨਹੀਂ, ਮੈਂ ਇਹਨੂੰ ਚਾਹੁੰਦਾ ਕਿ ਜਿਸ ਤਰ੍ਹਾਂ ਮੈਨੂੰ ਜ਼ਲੀਲ ਕਰਦੀ ਹੈ ਮੈਨੂੰ ਨਾ, ਮੈਂ ਚਾਹੁੰਦਾ ਕਿ ਇਹਨੂੰ ਮੈਂ ਬੇਹੋਸ਼ ਕਰਕੇ ਨਾ ਤੇ ਡਰਾਵਾਂ, ਤਾਂ ਕਿ ਜਦੋਂ ਉੱਠੇ ਤੈਨੂੰ ਮੈਂ ਕਹਾਂ ਕਿ ਮੈਂ ਤੈਨੂੰ ਜੇ ਬੇਹੋਸ਼ ਕਰ ਸਕਦਾ ਤਾਂ ਮੈਂ ਸਾਰਾ ਕੁਝ ਹੀ ਕਰ ਸਕਦਾ। ਫਿਲਮ ਸੁਣਾਈ ਜਾ ਰਹੇ ਆ ਤਾਂ ਪੁਲਿਸ ਜਿਹੜੀ ਹੈ ਝੂਠ ਬੋਲ ਰਹੀ ਹੈ। ਤੁਸੀਂ ਪੂਰਾ ਕਤਲ ਕੀਤਾ, ਡਰਾਣਾ ਕੀ ਹੋਆ? ਉਹਦੇ ਮੂੰਹ ਆਪ ਸੁਣਿਆ ਜਿਹੜਾ ਵਕੂਆ ਹੋਇਆ ਤੁਹਾਨੂੰ ਉਹੀ ਦੱਸਣ ਲੱਗਾ। ਮੈਨੂੰ ਉਹ ਵੀ ਪਹਿਲੇ ਇਹੀ ਫਿਲਮ ਸੁਣਾ ਰਹੇ ਆ। ਉਹਨਾਂ ਨੇ ਇਹੀ ਦੱਸਿਆ ਹੈ ਕਿ ਇਹਨੂੰ ਡਰਾਣਾ ਹੈ। ਹਾਂ, ਠੀਕ ਹੈ। ਉਜਰਤ ਲੈ ਕੇ ਕਤਲ ਕਰਨਾ ਹੈ? ਨਹੀਂ। ਹਾਂ,
ਇਹ ਪਹਿਲਾ ਮਤਲਬ ਵਕੂਆ ਕੀਤਾ ਹੀ ਪਹਿਲੀ ਦਫਾ ਹੀ ਹੋ ਗਿਆ, ਗਲਤੀ ਪਹਿਲੀ ਨਹੀਂ ਦਫਾ ਹੋਇਆ। ਉਹਨੇ ਪਹਿਲੇ ਇਹ ਦੱਸ ਪਹਿਲੇ ਡੀਲ ਡਨ ਕਿਹਦੇ ਤੇ ਕੀਤੀ? 1 to 5 ਕਿਸੇ ਚੀਜ਼ ਤੇ ਨਹੀਂ। 1 to 5 ਜਿਹੜਾ ਉਹ ਅੱਲਾ ਕਹਿੰਦੇ ਅੱਲਾ ਹਾਜ਼ਰ ਹੈ ਚੀਜ਼ੇ ਕਿਸੇ ਤੇ ਚੀਜ਼ ਉਹ ਤੇ ਝੂਠ deal ਬੋਲ ਨਾ। ਰਹੇ ਅਨਵਰ? ਉਹਨਾਂ ਤੇ ਨੇ ਤੇਰੇ ਆਪਣੇ ਖੁਦ ਦਾ ਦੋਸਤ ਹੈ, ਉਹਨੇ ਕਿਉਂ ਝੂਠ ਬੋਲਣਾ? ਉਹਨਾਂ ਨੇ ਬਾਈਕ ਆਪਣੇ ਕੋਲ ਪਾਈ ਸੀ, ਇਹਨਾਂ ਨੇ ਤਫਸੀਸ਼ ਦੇ ਦੌਰਾਨ ਵੀ ਪੁੱਛਿਆ ਸੀ ਤੇ ਮੈਂ ਉਹਨਾਂ ਨੇ ਇਹੀ ਕਿਹਾ ਸੀ ਕਿ ਜੀ ਸਰ ਮੇਰੀ ਇਹਦੇ ਨਾਲ ਕੋਈ ਡੀਲ ਇਹੋ ਜਿਹੀ ਡਨ ਨਹੀਂ ਸੀ ਹੋਈ। ਹਾਂ ਠੀਕ ਹੈ, ਲੇਕਿਨ ਉਹਨਾਂ ਨੇ ਉਹਦਾ ਕਿਆ ਲਿਖ ਦਿੱਤਾ ਕਿ ਜੀ ਇਹਨਾਂ ਦਾ ਬਾਈਕ ਨਾਲ ਡੀਲ ਡਨ ਹੋਈ ਹੈ, ਲੇਕਿਨ ਐਸੀ ਚੀਜ਼ ਦਾ ਅਲੱਗ ਹੋਇਆ ਕਿ ਮੇਰੇ ਨਾਲ ਕਿਸੇ ਚੀਜ਼ ਦੀ ਕੋਈ ਡੀਲ ਡਨ ਨਹੀਂ ਸੀ ਹੋਈ। ਇੱਥੋਂ ਤੱਕ ਕਿ ਮੇਰਾ ਇਹਨਾਂ ਦਾ ਕਤਲ ਕਰਨ ਦਾ ਵੀ ਕੋਈ ਇਰਾਦਾ ਨਹੀਂ ਸੀਗਾ। ਠੀਕ ਹੈ, ਜਦੋਂ ਇਹਨਾਂ ਨੇ ਕਲੋਰੋਫਾਰਮ ਪਹਿਲੇ ਮੰਗਵਾਇਆ, ਮੈਂ ਮੰਗਵਾਇਆ ਆਨਲਾਈਨ। ਕਲੋਰੋਫੋਨ ਉਹਨੂੰ ਤੇ ਪਤਾ ਹੀ ਨਹੀਂ ਕੀ ਹੁੰਦਾ ਹੈ। ਬੈਠੇ ਬੈਠੇ ਗੱਲਾਂ ਹੋਈਆਂ ਨਾ, ਹਾਂ ਤੇ ਇਹਨਾਂ ਨੇ ਗੱਲਬਾਤ ਛਿੜੀ ਕਿ ਬੇਹੋਸ਼ ਕਰਨ ਲਈ ਕਿਹੜੀ ਚੀਜ਼ ਹੈਗੀ ਹੈ। ਮੈਂ ਕਿਹਾ ਇਹ ਸਭ ਕਿਤੇ ਕਲੋਰੋਫਾਰਮ ਹੁੰਦਾ, ਬਾਕੀ ਨੀਂਦ ਦੀਆਂ ਗੋਲੀਆਂ ਹੁੰਦੀਆਂ, ਇਹਨਾਂ ਨੇ ਕਲੋਰੋਫਾਰਮ ਮੰਗਵਾ। ਠੀਕ ਹੈ, ਆਨਲਾਈਨ ਜਿਹੜਾ ਹੈਗਾ ਨਾ ਆਰਡਰ ਕੀਤਾ ਗੂਗਲ ਤੋਂ ਨੰਬਰ ਕੱਢ ਕੇ। ਪਹਿਲੇ ਆਇਆ ਕਹਿੰਦਾ ਮੈਨੂੰ ਤੇ ਪਤਾ ਹੀ ਨਹੀਂ ਹੈ ਕਲੋਰੋਫਾਰਮ ਕੀ ਹੁੰਦਾ, ਤੂੰ ਆਪ ਹੀ ਮੰਗਾਇਆ। ਬੱਚਾ ਥੋੜੀ ਹੋ ਗਿਆ ਇਸ। ਹਾਂ 60 ਸਾਲ ਦਾ, ਲੇਕਿਨ ਉਹਨੂੰ ਕੀ ਪਤਾ ਗੂਗਲ ਚਲਾਣੀ ਆਂਦੀ ਉਹਨੂੰ? ਸਰ ਪਤਾ ਤੇ ਸਾਰੀ ਚੀਜ਼ ਦਾ ਹੈਗਾ ਨਾ, 60 ਸਾਲ ਐਵੇਂ ਵਾਲ ਚਿੱਟੇ ਐਵੇਂ ਥੋੜੀ ਕੀਤੇ ਨੇ ਉਹਨਾਂ ਨੇ। ਆਨਲਾਈਨ ਪਹਿਲੇ ਮੰਗਵਾਇਆ, ਠੀਕ ਹੈ, ਇਹਨਾਂ ਨੂੰ ਮੈਂ ਦੱਸਿਆ ਆਨਲਾਈਨ ਆਇਆ। ਉਹ ਮੰਗਵਾਇਆ ਸੀ 4000 ਦਾ, ਉਹ ਆ ਗਿਆ 2 ਨੰਬਰ। ਅੱਛਾ, ਸਹੀ ਨਹੀਂ ਆਇਆ। ਉਹ ਕਿਵੇਂ ਪਤਾ ਲੱਗਾ 2 ਨੰਬਰ ਆ ਗਏ? ਇਹਨਾਂ ਨੇ ਖੁਦ ਹੱਥ ਨਾਲ ਸਪਰੇਅ ਕਰਕੇ ਸੁੰਘਿਆ ਸੀ, ਕਹਿੰਦੇ ਸਹੀ ਨਹੀਂ ਹੈਗਾ। ਅੱਛਾ ਠੀਕ ਹੈ, ਇਹ ਪਹਿਲੇ ਕੰਮ ਕਰਦਾ ਸੀ ਕਲੋਰੋਫਾਰਮ ਦਾ? ਅੱਲਾ ਆਲਮ ਜਾਣੇ। ਹਾਂ ਤੇ ਫਿਰ ਤੂੰ ਮੰਗਾ ਰਹੇ ਹੈ ਮਸ਼ਵਰਾ ਕਿਹਦਾ ਹੀ ਇਹ ਕਲੋਰੋਫਾਰਮ ਮੰਗਾਉਣ ਦਾ? ਬੈਠੇ ਬੈਠੇ ਗੱਲ ਹੋਈ ਸੀ ਦੋਵਾਂ ਦੀ। ਹਾਂ ਤੂੰ ਮੰਗਵਾਇਆ ਨਾ? ਮੰਗਵਾਇਆ ਮੈਂ ਕਿ ਦਿੱਤਾ, ਲੇਕਿਨ ਗੱਲ ਦੋਨਾਂ ਦੀ ਹੋਈ ਸੀ। ਠੀਕ ਹੈ, ਕਲੋਰੋਫਾਰਮ ਮੰਗਵਾ ਲਿਆ। ਕਲੋਰੋਫਾਰਮ ਮੰਗਵਾ ਲਿਆ, ਉਹ ਨਹੀਂ ਸਹੀ ਆਇਆ। ਫਿਰ ਇਹਨਾਂ ਨੇ ਆਪਣੇ ਇੱਕ ਦੋਸਤ ਕੋ ਮੰਗਾਇਆ। ਅੱਛਾ ਠੀਕ ਹੈ, ਉਹਦਾ ਮੈਡੀਕਲ ਸਟੋਰ ਹੈ, ਪਤਾ ਨਹੀਂ ਨਾਮ ਨਹੀਂ ਪਤਾ ਨਾ ਬੰਦਿਆਂ ਨਾਮ। ਉਹਨੇ ਕਿਹਾ ਤੂੰ ਹੀ ਮੰਗਾਇਆ ਦੁਬਾਰਾ ਆਰਡਰ ਕਰਕੇ? ਦੂਸਰੀ ਦਫਾ ਇਹਨਾਂ ਨੇ ਮੰਗਵਾਇਆ ਜਿਹੜਾ ਆਇਆ ਵੇ ਮੈਡੀਕਲ ਸਟੋਰ ਤੋਂ। ਫਿਰ ਤੀਸਰੀ ਦਫਾ ਦੁਬਾਰਾ ਆਰਡਰ ਕੀਤਾ ਕਿਸੇ ਹੋਰ ਨੰਬਰ ਤੋਂ, ਗੂਗਲ ਤੋਂ ਨੰਬਰ ਕੱਢਿਆ ਸੀ। ਹਾਂ ਉਹਨੇ ਲਿੱਤਾ ਸੀ 9000 ਰੁਪਇਆ। ਅੱਛਾ ਉਹ ਨਿਕਲਿਆ ਸਹੀ। ਹਾਂ 9000 ਰੁਪਏ ਲਿੱਤਾ। ਠੀਕ ਹੈ, ਉਹਨਾਂ ਨੇ 9000 ਰੁਪਏ ਲਿੱਤਾ, ਉਹ ਸਹੀ ਨਿਕਲਿਆ ਸਹੀ। ਕਿਹੜੀ ਵੈਬਸਾਈਟ ਤੋਂ ਮੰਗਾਉਂਦਾ ਸੀ? ਵੈਬਸਾਈਟ ਤੋਂ ਨਹੀਂ ਮੰਗਵਾਇਆ, ਜਿਸ ਤਰ੍ਹਾਂ ਗੂਗਲ ਦੇ ਉੱਤੇ ਨਾ ਕਲੋਰੋਫਾਰਮ ਲਿਖਿਆ ਸੀ ਤੇ ਜਿਹਦੇ ਇਮੇजेस ਲਿਖਿਆ ਹੁੰਦਾ ਉੱਥੇ ਨਾਲ ਤਸਵੀਰਾਂ ਆ ਗਈਆਂ ਸੀ, ਕਾਫੀ ਜ਼ਿਆਦਾ ਤਸਵੀਰਾਂ ਦੇ ਉੱਤੇ ਨਾ ਕਾਫੀ ਨੰਬਰ ਲਿਖੇ ਹੋਏ ਸਨ। ਪਹਿਲੇ ਵੀ ਮੰਗਾਉਣਾ ਰਹਿਣਾ? ਨਹੀਂ, ਪਹਿਲੀ ਦਫਾ ਐਵੇਂ ਸਰਚ ਕਰਨਾ ਸੀ ਬੈਠੇ ਤਸਵੀਰਾਂ ਤੇ ਕਾਫੀ ਨੰਬਰ ਲਿਖੇ ਸਨ, ਸਰਚ ਕਰਨਾ ਸੀ ਬੈਠੇ ਸਾਂ ਕਿ ਯਾਰ ਕੀ ਹੈ। ਉਹ ਨੰਬਰ ਤੇ ਪਹਿਲੇ ਤੇ ਰਾਬਤਾ ਕੀਤਾ, ਉਹ 2 ਨੰਬਰ ਆਇਆ। ਫਿਰ ਜੋ ਦੂਜੇ ਤੇ ਕੀਤਾ ਨਾ, ਉਹ ਚੀਜ਼ ਆ ਗਈ 1 ਨੰਬਰ। ਉਹ ਬਕਾਇਦਾ ਭਾਈ ਸਾਹਿਬ ਨੇ ਖੁਦ ਸੁਣ ਕੇ ਚੈੱਕ ਕੀਤੀ ਸੀ ਤੇ ਥੋੜਾ ਜਿਹਾ ਚੱਕਰ ਆਇਆ, ਕਹਿੰਦੇ ਠੀਕ ਹੈ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਨਾ, ਉਹ 2 ਦਿਨ ਪੂਰੇ ਦਿਨਾਂ ਦੇ ਨੇ, ਮਤਲਬ ਕਲੋਰੋਫਾਰਮ ਸੁੰਘਦੇ ਨੇ। ਉਹ 2 ਦਿਨ ਰਿਹਾ ਮੇਰੇ ਕੋਲ। ਹਾਂ ਤੀਸਰੇ ਦਿਨ ਜੁਮੇ ਦਾ ਦਿਨ ਹੈਗਾ ਸੀ ਨਾ, ਮੈਨੂੰ ਬੁਲਾਇਆ, ਕਹਿੰਦੇ ਨੇ ਕਿ ਯਾਰ ਤੂੰ ਇਸ ਤਰ੍ਹਾਂ ਕਰ, ਤੂੰ ਮੇਰੇ ਵੱਲ ਇੱਥੇ ਆ ਸ਼ਵਾਲਾ ਚੌਂਕ ਤੇ ਜਾਣਾ ਜ਼ਰਾ। ਮੈਂ ਕਿਹਾ ਇਹ ਸਭ ਕਿੱਥੇ ਜਾਣਾ, ਤੂੰ ਆ ਮੈਂ ਤੈਨੂੰ ਦੱਸਣਾ। ਮੈਂ ਸ਼ਵਾਲਾ ਚੌਂਕ ਗਿਆ, ਮੈਂ ਉੱਥੇ ਆਪਣੀ ਬਾਈਕ ਖੜੀ ਕੀਤੀ ਹੈ। ਉੱਥੋਂ ਆਪਣੀ ਬਾਈਕ ਤੇ ਮੈਨੂੰ ਲੈ ਗਏ ਨੇ ਆਪਣੇ ਘਰ। ਠੀਕ ਹੈ, ਮੈਨੂੰ ਕਹਿੰਦੇ ਨੇ ਚਲਾ ਜ਼ਰਾ ਉੱਤੇ, ਉਹਨਾਂ ਦਾ ਬੇਹੋਸ਼ ਕਰਨਾ, ਬਾਕੀ ਕੰਮ ਬਾਅਦ ਦਾ ਹੈਗਾ। ਉਹ ਸਰ ਜਦੋਂ ਕੀਤਾ ਨਾ, ਉਹ ਨਹੀਂ ਇਹਦੀ ਪਲੈਨਿੰਗ ਨਹੀਂ ਹੋਈ ਸੀ, ਕਲੋਰੋਫਾਰਮ ਮੰਗਾਈ ਜਾ ਰਹੇ ਹੋ, ਇਹ ਨਹੀਂ ਪਤਾ ਕਿ ਉਹਨੂੰ ਇਸਤੇਮਾਲ ਕਿਵੇਂ ਕਰਨਾ ਹੈ। ਉਹ ਕਹਿੰਦਾ ਸਾਰੀ ਗੱਲ ਤੇ ਪਹਿਲੇ ਹੋ ਚੁੱਕੀ ਸੀ, ਤੈਅ ਹੋ ਚੁੱਕੀ। ਕਲੋਰੋਫਾਰਮ ਦਾ ਇਸਤੇਮਾਲ ਦਾ ਨਹੀਂ ਸੀ ਪਤਾ, ਪਲੈਨਿੰਗ ਦਾ ਸਵੇਨਾਂ ਨੇ ਨਾ ਕਿਹਾ ਸੀ ਕਿ ਜੀ ਇਹਨੂੰ ਬੇਹੋਸ਼ ਕਰਕੇ ਨਾ, ਠੀਕ ਹੈ, ਬਾਅਦ 'ਚ ਮੈਂ ਵੇਖਣਾ ਕੀ ਕਰਨਾ ਹੈ। ਉਹ ਜਦੋਂ ਉੱਥੇ ਗਏ ਆ, ਮੈਨੂੰ ਪਹਿਲੇ ਇਹਨਾਂ ਨੇ 15-20 ਮਿੰਟ ਥੱਲੇ ਬਿਠਾਈ ਰੱਖਿਆ ਬੈਠਕ ਦੇ ਵਿੱਚ। ਜੁਮੇ ਦਾ ਟਾਈਮ ਸੀ, ਕੋਈ ਵੀ ਨਹੀਂ ਸਿਖਾਰੇਗਾ। ਫਿਰ ਮੈਨੂੰ ਲੈ ਗਏ ਉੱਤੇ, ਮੈਨੂੰ ਕਹਿੰਦੇ ਨੇ ਮੈਨੂੰ ਕਿਚਨ 'ਚ ਘੱਲਾਂਗਾ ਤੇ ਤੂੰ ਇਹਨੂੰ ਬੇਹੋਸ਼ ਕਰ ਦੇ। ਮੈਂ ਕਿਹਾ ਚਲੋ ਠੀਕ ਹੈ। ਮੈਂ ਉਹਨਾਂ ਦੇ ਬੇਟੇ ਦੇ ਨਾਲ ਕਮਰੇ 'ਚ ਖਲੋ ਗਿਆ, ਦਰਮਿਆਨ ਦਾ ਕਮਰਾ ਹੈਗਾ ਸੀ। ਇਹਨਾਂ ਨੇ ਪਹਿਲੇ ਘੱਲਿਆ, ਮੇਰੀ ਹਿੰਮਤ ਨਹੀਂ ਪਈ ਉੱਤੇ ਜਾਣ ਦੀ, ਉਹ ਅੰਦਰ ਚਲੇ ਗਈ। ਫਿਰ ਇਹਨਾਂ ਦੁਬਾਰਾ ਘੱਲਿਆ, ਮੈਂ ਫੇਰ ਨਹੀਂ ਗਿਆ। ਫਿਰ ਵਾਪਸ ਅੰਦਰ ਕਮਰੇ 'ਚ ਜਾ ਕੇ ਦਰਵਾਜ਼ਾ ਉਹਨੇ ਬੰਦ ਕਰ। 2 ਦਫਾ ਘੱਲਣ ਤੋਂ ਬਾਅਦ ਤੇ ਮੈਨੂੰ ਕਹਿੰਦੇ ਨੇ ਯਾਰ ਕੀ ਕਰਨਾ, ਪਰ ਤੂੰ ਜਾਂਦਾ ਨਹੀਂ ਪਿਆ। ਮੈਂ ਕਿਹਾ ਇਹ ਸਭ ਦੇਖ ਲਓ, ਥੋੜਾ ਡਰ ਲੱਗਦਾ ਪਿਆ, ਕੋਈ ਮਸਲਾ ਹੀ ਨਾ ਬਣ ਜਾਏ। ਉਹ ਨਹੀਂ ਕੁਛ ਨਹੀਂ ਹੁੰਦਾ, ਮੈਂ ਹੈਗਾ ਤੇਰੇ ਨਾਲ। ਇੰਨੀ ਦੇਰ ਨੂੰ ਉੱਤੇ ਚਲੇ ਗਏ ਨੇ ਤੇ ਦੁਬਾਰਾ ਇਹਨਾਂ ਨੂੰ ਘੱਲਿਆ ਰੋਟੀ ਪਕਾਉਣ ਵਾਸਤੇ। ਠੀਕ ਹੈ, ਉਹ ਰੋਟੀ ਪਕਾਉਂਦੀ ਪਈ ਸੀ, ਮੈਂ ਕਿਚਨ 'ਚ ਗਿਆ ਵਾਂ, ਕੱਪੜਾ ਗਿੱਲਾ ਹੈਗਾ ਸੀ ਤੇ ਨਾ ਮੈਂ ਸੁੰਘਾਉਣ ਲੱਗਾ, ਉਹਨੇ ਚੀਕ ਮਾਰੀ ਤੇ ਕੱਲੀ ਬੀਬੀ ਸੀ ਤੇ ਨਾਲ ਬੀਬੀ ਸੀ, ਅਨਵਰ ਸੀ। ਇਹਨਾਂ ਨੂੰ ਦੁਬਾਰਾ ਘੱਲਿਆ ਰੋਟੀਆਂ ਪਕਾਉਣ ਵਾਸਤੇ। ਉਹ ਕਮਰੇ ਦੇ ਵਿੱਚੋਂ ਮੈਂ ਜਿਹੜਾ ਹੈਗਾ ਨਾ ਕਿਚਨ 'ਚ ਗਿਆ ਵਾਂ, ਮੈਂ ਉਹਨੂੰ ਰੱਖਣ ਲੱਗਾ ਵਾਂ ਤੇ ਉਹਨੇ ਚੀਕ ਮਾਰ ਕੇ ਨਾ ਹੱਥ ਮਾਰਿਆ, ਕੱਪੜਾ ਡੇਕਿਆ ਥੱਲੇ। ਠੀਕ ਹੈ, ਤੇ ਉਹਦੇ ਚੀਕ ਮਾਰਨ ਤੱਕ ਨਾ ਮੈਂ ਉਹਦੇ ਮੂੰਹ ਦੇ ਉੱਤੇ ਹੱਥ ਰੱਖਿਆ ਕਿ ਚੀਕ ਨਾ ਮਾਰੇ। ਇਹਦੇ ਨੂੰ ਹਾਈ ਸਾਹਿਬ ਆ ਗਏ ਨੇ, ਇਹਨਾਂ ਨੇ ਆ ਕੇ ਪਹਿਲੇ ਉਹਦੀ ਇੱਕ ਬਾਂਹ ਫੜੀ ਹੈ, ਬਾਅਦ 'ਚੋਂ ਕੱਪੜਾ ਫੜ ਕੇ ਉਹਦੇ ਮੂੰਹ 'ਤੇ ਰੱਖਿਆ ਤੇ ਮੇਰਾ ਹੱਥ ਕਹਿੰਦੇ ਨੇ ਰੱਖ ਲੈ ਮੂੰਹ ਦੇ ਉੱਤੇ ਹੱਥ। ਉਹ ਜਿਹੜਾ ਇਹਨਾਂ ਨੇ ਕੱਪੜਾ ਮੂੰਹ 'ਤੇ ਸੁੱਟਿਆ ਸੀ, ਉਹ ਮੈਂ ਹੱਥ ਰੱਖਿਆ ਤੇ ਉਹ ਹੱਥ ਰੱਖਦੇ ਸਾਰੀ ਕੱਪੜੇ ਦਾ ਬੇਹੋਸ਼ ਹੋ ਕੇ ਡਿੱਗ ਪਈ ਹੈ। ਅੱਛਾ, ਉਹ ਜੋ ਥੱਲੇ ਡਿੱਗੀ, ਉਹ ਕਹਿੰਦਾ 4-5 ਮਿੰਟ ਤੱਕ ਉਹਨੂੰ ਨੱਪੀ ਰੱਖਿਆ। ਮੈਂ ਦੱਸਣਾ ਤੁਹਾਨੂੰ, ਕੱਪੜਾ ਜਦੋਂ ਰੱਖਿਆ ਨਾ ਮੂੰਹ ਦੇ ਉੱਤੇ, ਉਹ ਡਿੱਗ ਗਈ ਥੱਲੇ, ਬੇਹੋਸ਼ ਰਹੀ ਹੈ। ਅਤਿਆਤਨ ਜਿਹੜਾ ਕੱਪੜਾ ਹੈਗਾ ਸੀ ਨਾ, ਉਹਦੇ ਮੂੰਹ ਦੇ ਉੱਤੇ ਹੀ ਰਹਿਣ ਦਾ ਕਿ ਉੱਠ ਨਾ ਜਾਵੇ। ਠੀਕ ਹੈ, ਉਹ ਜਦੋਂ ਬਾਅਦ 'ਚੋਂ ਕੱਪੜਾ ਚੁੱਕਿਆ, ਉਹਦਾ ਮੂੰਹ ਸੀ ਥੋੜ੍ਹਾ ਜਿਹਾ ਖੁੱਲ੍ਹਾ। ਭਾਈ ਸਾਹਿਬ ਨੇ ਕਲੋਰੋਫਾਰਮ ਦੀ ਬੋਤਲ ਖੋਲ੍ਹ ਕੇ ਨਾ ਉਹਦੇ ਮੂੰਹ ਦੇ ਵਿੱਚ ਇੱਕ ਜਿਸ ਤਰ੍ਹਾਂ ਘੁੱਟ ਨਹੀਂ ਕਿਸੇ ਦਾ ਮੂੰਹ 'ਚ ਪਾਈਦਾ, ਇਹਨਾਂ ਦੇ ਮੂੰਹ 'ਚ ਘੁੱਟ ਪਾ ਦਿੱਤਾ। ਤੇ ਮੈਂ ਕਿਹਾ ਸਾਹਿਬ ਕੀ ਮਾਮਲਾ ਹੈਗਾ? ਕਿ ਕਹਿੰਦੇ ਨਹੀਂ ਤੂੰ ਇਹਦੇ ਨਾਲ ਜ਼ਿਆਦਾ ਬੇਹੋਸ਼ ਹੋ ਜਾਏਗੀ। ਮੈਨੂੰ ਨਹੀਂ ਸੀ ਪਤਾ ਕਿ ਡੈਥ ਦਾ ਮਾਮਲਾ ਹੈਗਾ। ਅੱਛਾ, ਉਹ ਬਾਅਦ 'ਚੋਂ ਜਦੋਂ ਉਹਨਾਂ ਨੇ ਕਿਹਾ ਨੂੰ ਚੁੱਕ ਕੇ ਨਾ ਕਿਚਨ 'ਚੋਂ ਕਮਰੇ 'ਚ ਲੈ ਜਾਂਦੇ ਆ, ਕੋਈ ਆ ਗਿਆ ਨਾ ਤਾਂ ਮਸਲਾ ਬਣ ਜਾਏਗਾ। ਸਹੀ ਹੈ, ਕਿਉਂਕਿ ਨਾ ਜਿਹੜੇ ਬੇਟੇ ਹੈਗੇ ਨਾ, ਉਹਨਾਂ ਦੇ ਕਮਰੇ 'ਚ ਨਹੀਂ ਸੀ ਆਉਂਦੇ, ਮਿਸਿਸ ਦੀ ਅੜ ਫਸ ਦੀ ਵਜ੍ਹਾ ਤੋਂ। ਉੱਥੋਂ ਉਹਨਾਂ ਨੂੰ ਚੁੱਕਿਆ
ਇਹਨਾਂ ਨੇ ਲੱਤਾਂ ਤੋਂ ਫੜਿਆ, ਮੈਂ ਬਾਹਾਂ ਤੋਂ ਫੜਿਆ, ਕਮਰੇ 'ਚ ਲੈ ਗਏ ਆ। ਕਮਰੇ 'ਚ ਲਿਜਾਣ ਤੋਂ ਬਾਅਦ ਜਿਹੜਾ ਹੈਗਾ ਨਾ ਚੈੱਕ ਕਰਦੇ ਰਹੇ ਨੇ ਕਿ ਕੀ ਮਾਮਲਾਤ ਹੈਗੇ ਨੇ। ਪਰੇਸ਼ਾਨ ਵੀ ਹੋ ਗਏ ਸਾਂ ਕਿ ਯਾਰ ਇਹ ਮਾਮਲਾਤ ਕੀ ਹੋ ਗਿਆ। ਅੱਛਾ, ਲਿਹਾਜ਼ਾ ਪਰੇਸ਼ਾਨੀ ਉੱਥੇ- ਕਿਉਂ ਹੋ ਗਈ ਸੀ? ਮਾਸੂਮ ਲੋਗ ਹੋ ਤੁਸੀਂ, ਤੈਨੂੰ ਹਾਜੀ ਸਾਹਿਬ ਕਹਿੰਦੇ ਰਹੇ ਹੈ, ਤੂੰ ਉਹ ਕੰਮ ਕਰਦਾ ਰਿਹਾ ਹੈ। ਹਾਜੀ ਸਾਹਿਬ ਕੋ ਨਾ ਤੂੰ ਮੋਟਰਸਾਈਕਲ ਦਾ ਤੂੰ ਕਹਿੰਦਾ ਹੈ ਕਿ ਇਹ ਪੁਲਿਸ ਨੇ ਜਾਲੀ ਲਿਖਤਾ ਹੈ, ਝੂਠ ਲਿਖਤਾ ਹੈ ਨਹੀਂ, ਉਹਨਾਂ ਦਾ ਪੁਲਿਸ ਕੋਈ ਨੇ। ਇਹੋ ਜਿਹੀ ਡੀਲ ਡਾਲ ਨਹੀਂ ਸੀ। ਉਹ ਆਪਣੇ ਕੋ ਕਹਿੰਦੇ ਪਏ ਨੇ ਕਿ ਮੋਟਰਸਾਈਕਲ ਦੀ ਮੈਨੂੰ ਕਹੀ ਸੀ, ਲੇਕਿਨ ਮੇਰੀ ਇਹਨਾਂ ਨਾਲ ਇਹੋ ਜਿਹੀ ਕੋਈ ਗੱਲ ਬਾਕੀ ਵੀ ਹਾਜੀ ਸਾਹਿਬ ਕਰਾਉਂਦੇ ਰਹੇ ਨੇ ਸਭ ਕੁਝ। ਕਿਉਂ ਹਾਜੀ ਸਾਹਿਬ ਠੀਕ ਹੈ ਕੀ ਜੀ। ਕਰਦੇ ਸੀ? ਤੈਨੂੰ ਕੋਈ ਮਤਲਬ ਪਾਰ ਰਹੇ ਸੀ? ਕੀ ਕਰਦੇ ਉਹ ਸੀ? ਜੋ ਮਰਜ਼ੀ ਤੁਸੀਂ ਸਮਝ ਲਓ, ਮੇਰੀ ਲਿਹਾਜ਼ ਉਹਨਾਂ ਨਾਲ ਕੋਈ ਇਹੋ ਜਿਹੀ ਉਜਰਤੀ ਗੱਲਬਾਤ ਕਾਤਲ ਨਹੀਂ ਦੇ ਸੀ। ਤੌਰ ਤੇ ਤੂੰ ਕੰਮ ਕੀਤਾ ਇਹਦੇ ਵਿੱਚ। ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਹੈ ਨਾ, ਹਾਂ ਉਹ ਤੁਸੀਂ ਚੀਸ਼ੀ ਸਾਹਿਬ ਕੇ ਪੁੱਛੋਗੇ ਨਾ, ਗੱਲ ਦਾ ਹੇਰ ਫੇਰ ਨਹੀਂ ਇਨਸ਼ਾਅੱਲਾ ਹੋਏਗਾ। ਹਾਂ, ਠੀਕ ਹੈ, ਉੱਥੇ ਅਸੀਂ ਬੈਠੇ ਰਹੇ ਆ। ਬਾਅਦ 'ਚ ਉਹਨਾਂ ਨੇ ਕਿਹਾ ਕਿ ਯਾਰ ਤੂੰ ਇਸ ਤਰ੍ਹਾਂ ਕਰ, ਤੂੰ ਬੇਹੋਸ਼ ਨਹੀਂ ਕਰ। ਕਰਨਾ ਸੀ ਉਹਨੂੰ। ਬੇਹੋਸ਼ ਇਹ ਕਰਨ ਮੈਂ ਦਾ ਪੁੱਛ ਇਰਾਦਾ ਰਿਹਾ। ਸੀ, ਬੇਹੋਸ਼ ਕਰਨ ਦਾ ਇਰਾਦਾ ਸੀ। ਜਦੋਂ ਬੇਹੋਸ਼ ਕਰਕੇ ਡਿੱਗ ਗਈ ਨਾ ਥੱਲੇ, ਹਾਂ ਤੇ ਉਹਨਾਂ ਨੇ ਉਹਦੇ ਮੂੰਹ 'ਚ ਜੋ ਕਿ ਕਲੋਰੋਫਾਰਮ ਪਾ ਦਿੱਤਾ। ਉੱਥੋਂ ਅੱਛਾ। ਮੈਂ ਸਮਝ ਗਿਆ ਕਿ ਇਹ ਕੰਮ ਖਰਾਬ ਹੋ ਗਿਆ। ਹੂੰ, ਠੀਕ ਹੈ, ਉੱਥੋਂ ਅਸੀਂ ਚੁੱਕਿਆ ਉਹਨੂੰ, ਚੁੱਕ ਕੇ ਤੇ ਅੰਦਰ ਲੈ ਕੇ ਤੇ ਗਏ। ਉੱਥੋਂ ਤੂੰ 1122 ਨੂੰ ਫੋਨ ਕਰਦਾ, ਪੁਲਿਸ ਨੂੰ ਫੋਨ ਕਰਦਾ ਹੈ, ਤੇ ਮੇਰੇ ਨਾਲ ਗੱਲ ਕੋਈ ਹੋਰ ਹੋਈ ਸੀ, ਇਹਨੇ ਕਤਲ ਕਰਤਾ, ਹਾਜੀ ਸਾਹਿਬ ਕਾਤਲ ਨੇ। ਕਿਸ ਤਰ੍ਹਾਂ ਕਰ ਲੈਂਦਾ, ਹੈ ਕਿਸ ਤਰ੍ਹਾਂ ਕਰ ਲੈਂਦਾ। ਕਿਸ ਤਰ੍ਹਾਂ ਕਰਦਾ? ਜੰਜ ਕਰੀਦਾ? ਤੂੰ ਤੇ ਵੈ ਕਰਨ ਹੀ ਨਹੀਂ ਗਿਆ ਸੀ ਨਾ, ਕੀ ਕਰਨ ਗਿਆ ਸੀ? ਬੇਹੋਸ਼ ਕਰਨ ਗਿਆ ਸੀ ਬਸ। ਹਾਂਜੀ ਕਲੋਰੋਫਾਰਮ ਵੀ ਤੂੰ ਫਾਰਮ ਵੀ ਤੂੰ ਮੰਗਾਇਆ? ਹਾਂਜੀ, ਮੈਂ ਮੰਗਵਾਇਆ ਆਨਲਾਈਨ, ਮੈਂ ਮੰਗਵਾਇਆ। ਸਹੀ ਹੈ। ਫਿਰ ਉੱਥੇ ਕਿੰਨੀ ਦੇਰ ਬੈਠੇ ਰਹੇ ਹੋ ਘੰਟਾ ਉਹਦੇ ਪੂਰਾ ਕੋਲ? ਉੱਥੇ ਬੈਠੇ ਰਹੇ। ਘੰਟਾ ਕੀ ਕਰਦੇ ਰਹੇ? ਬਸ ਇਹੀ ਟੈਨਸ਼ਨ ਲੱਗੇ ਨੇ, ਜਾਂ ਕੀ ਬਣੇਗਾ ਕੀ ਨਹੀਂ ਬਣੇਗਾ, ਕੀ ਮਾਮਲਾ ਚੱਲ ਗਏ ਨੇ। ਉੱਥੋਂ ਬਾਅਦ 'ਚ ਉਹਨਾਂ ਨੇ ਮੈਨੂੰ ਕਿਹਾ ਤੇ ਕਿ ਕੌਣ ਚੈੱਕ ਕਰ ਰਿਹਾ ਸੀ ਉਹਨੂੰ ਗਲੂਕੋਮੀਟਰ ਨਾਲ? ਕਦੀ ਹਾਈ ਸਾਹਿਬ ਲਾ ਕੇ ਭੇਜਦੇ ਸਾਂ, ਕਦੀ ਮੈਂ ਲਾ ਕੇ ਭੇਜਦਾ ਕਿ ਸ਼ਾਇਦ ਕੋਈ ਮਾਮਲਾ ਤਾਂ ਹੈਗਾ ਜਾਂ ਨਹੀਂ ਹੈਗਾ, ਕੀ ਹੋ ਕਿ ਗਿਆ। ਮਰ ਜਾਵੇ, ਪੂਰੀ ਤਸੱਲੀ ਹੋਈ ਹੋਵੇ ਚੰਗੇ ਤਰੀਕੇ ਨਾਲ। ਉਹ ਤੇ ਫਿਰ ਹਾਈ ਸਾਹਿਬ ਨਹੀਂ ਪਤਾ ਕਿ ਉਹ ਮਰ ਜਾਵੇ, ਕੀ ਮਾਮਲਾ ਤੇ ਹੈਗਾ। ਤੇ ਮਰ ਗਈ ਹੈ, ਤੂੰ ਵੇਖ ਤੇ ਲਿਆ। ਹਾਜੀ ਸਾਹਿਬ ਨੂੰ ਕੀ ਪਤਾ? ਐਸੇ ਕਰਕੇ ਪਰੇਸ਼ਾਨ ਜੋ ਤੇ ਬੈਠੇ ਰਹਿਣਾ ਕਿ ਬਣ ਕੀ ਗਿਆ, ਸਾਡਾ ਹੋ ਕੀ ਗਿਆ, ਕਿ ਇੱਕ ਚੀਜ਼ ਕੁਝ ਹੋਰ ਸੀ ਤੇ ਬਣ ਕੁਝ ਹੋਰ ਗਿਆ। ਹਾਜੀ ਸਾਹਿਬ ਤੇ ਕਹਿੰਦੇ ਸਾਰੀ ਕਾਰਵਾਈ ਤੂੰ ਕੀਤੀ ਹੈ, ਤੇ ਇਹਦੇ ਹਿਸਾਬ ਨਾਲ ਤੂੰ ਹੈ ਮਰਕਜ਼ੀ ਮੁਲਜ਼ਮ। ਸਭ ਦੀ ਉਹਨੇ ਤੇ ਤੈਨੂੰ ਕਿਹਾ ਤੂੰ ਇੱਕ 125 ਦੀ ਖਾਤਰ ਉਹਦੀ ਬੀਵੀ ਮਾਰਦੀ। ਕੋਈ 1 to 5 ਤੁਹਾਨੂੰ ਦੱਸਿਆ ਕਿ ਐਸੋ ਛੋਟੀ ਗੱਲ ਨਹੀਂ ਹੈਗੀ ਕਿ ਅੱਲਾ ਗਵਾਇਆ ਕਿ ਮੇਰੀ ਉਹਨਾਂ ਨਾਲ ਇਸ ਚੀਜ਼ ਦੀ ਕੋਈ ਡੀਲ ਡਨ ਨਹੀਂ ਹੋਈ। ਨਾ ਮੇਰੀ ਉਹਨਾਂ ਨਾਲ ਕਿਸੇ ਮੋਟਰਸਾਈਕਲ ਦੀ ਡੀਲ ਡਨ ਹੋਈ ਹੈ, ਨਾ ਰੁਪਈਏ ਦੀ ਡਨ। ਚਲੋ ਤਫਤੀਸ਼ੀ ਆਫੀਸਰ ਕੋ ਪੁੱਛ ਲੈਣੇ ਹੋ, ਸਭ ਕੁਝ ਤੇਰੇ ਸਾਹਮਣੇ ਹੀ ਪੁੱਛਾਂਗੇ। ਬਸ ਕੀ ਉੱਥੇ ਹੋਇਆ? ਬੈਠੇ ਰਹੇ ਅੱਛਾ, ਅਸੀਂ। ਫਿਰ ਕੀ ਹੋਇਆ? ਘੰਟੇ ਬੈਠੇ ਰਹੇ ਹਾਂ ਅਸੀਂ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਜਾ। ਹਾਂ ਠੀਕ ਹੈ, ਮੈਂ ਥੱਲੇ ਉਤਰਿਆ ਵਾਂ, ਗਲੀ 'ਚ ਗਿਆ ਵਾਂ, ਮੇਰੇ ਪਿੱਛੇ ਹੀ ਆ ਗਏ ਨੇ, ਮੋਟਰਸਾਈਕਲ ਤੇ ਬੈਠੇ ਨੇ। 2 ਗਲੀਆਂ ਦੇ ਕੋਲ ਜਾ ਕੇ ਨਾ ਮੈਨੂੰ ਬਿਠਾਇਆ ਛੱਡ ਕੇ। ਹੂੰ ਠੀਕ ਹੈ, ਜਿੱਥੋਂ ਮੈਨੂੰ ਚੁੱਕਿਆ ਸੀ ਉੱਥੇ ਲਾਇਆ, ਉੱਥੋਂ ਮੋਟਰਸਾਈਕਲ ਮੈਂ ਆਪਣੀ ਫੜੀ ਹੈ, ਮੈਂ ਆਪਣੇ ਕੰਮ ਤੇ ਨਿਕਲ ਗਿਆ ਵਾਂ, ਇਹ ਆਪਣੇ ਕੰਮ ਤੇ ਨਿਕਲ ਗਿਆ। ਅੱਛਾ ਠੀਕ ਹੈ, ਸ਼ਾਮੀ ਇਹਨਾਂ ਨੇ ਮੈਨੂੰ ਫੋਨ ਕੀਤਾ WhatsApp ਦੇ ਉੱਤੇ ਕਿ ਜੀ ਮੇਰੀ ਬੇਗਮ ਫੌਤ ਹੋ ਗਈ ਹੈ ਕਰੰਟ ਲੱਗ ਕੇ। ਹੂੰ ਠੀਕ ਹੈ, ਮੈਂ ਕਿਹਾ ਚਲੋ ਭਾਈ ਸਾਹਿਬ ਮੈਂ ਲਾਣਾ ਚੱਕਰ। ਹੂੰ ਠੀਕ ਹੈ, ਫੋਨ ਮੈਂ ਬੰਦ ਕਰ ਦਿੱਤਾ। ਉਹ ਕੋਈ 10 ਵਜੇ ਦਾ ਟਾਈਮ ਸੀ, ਉਹਨਾਂ ਨੇ ਮੈਨੂੰ ਫੋਨ ਕੀਤਾ ਸੀ। ਮੈਂ ਉਬਰ ਚਲਾ ਰਿਹਾ ਸੀ, ਬੈਰੀਅਰ ਟਾਊਨ ਦੇ ਕੋਲ ਹੈਗਾ ਸਾਂ। ਹੂੰ ਉਹ ਤੋਂ ਫਿਰ ਜਿਹੜਾ ਹੈਗਾ ਨਾ, ਮੈਂ ਘਰ ਨੂੰ ਚਲਾ ਗਿਆ ਵਾਂ। ਹੂੰ ਮੈਂ ਘਰ ਨੂੰ ਗਿਆ, ਜੋ ਮੈਂ ਕੋਈ 12 12:30 ਦਾ ਟਾਈਮ ਸੀ, ਮੈਂ ਵਾਪਸ ਉਹਨਾਂ ਦੇ ਘਰ ਗਿਆ ਵਾਂ। ਤੇ ਉੱਥੇ ਯਾਨੀ ਕਿ ਉਹਨਾਂ ਦੇ ਵਰਕਰ ਹੈਗਾ ਸੀ, ਉਹਨੂੰ ਦੱਸਿਆ ਕਿ ਐਸਾ ਪੁਲਿਸ ਕੇਸ ਹੈਗਾ ਤੇ ਹਾਈ ਸਾਹਿਬ ਥਾਣੇ ਬੈਠੇ ਹੋਏ ਨੇ। ਹੂੰ ਮੈਂ ਘਰ ਚਲਾ ਗਿਆ। ਫਿਰ ਅਗਲੇ ਦਿਨ ਮੈਂ ਹਾਈ ਸਾਹਿਬ ਨੂੰ ਥਾਣੇ ਮਿਲਣ ਆਇਆ ਕਿ ਹਾਈ ਸਾਹਿਬ ਕੀ ਮਾਮਲਾਤ ਬਣ ਗਏ ਨੇ, ਕੀ ਚੱਲੀ ਸਿਸਟਮ ਹੈ। ਉਹਨਾਂ ਨੇ ਕਿਹਾ ਕੁਛ ਨਹੀਂ ਹੈਗਾ, ਮਸਲਾ ਹੱਲ ਹੋਏਗਾ ਤੇ ਇਹ ਤੇ ਉਹ। ਮੈਂ ਕਿਹਾ ਚਲੋ ਠੀਕ ਹੈ, ਅੱਲਾ ਖੈਰ ਕਰੇ। ਮੈਂ ਘਰ ਚਲਾ ਗਿਆ। 4 ਦਿਨਾਂ ਬਾਅਦ ਜਿਹੜਾ ਹੈਗਾ ਨਾ, ਪੁਲਿਸ ਵਾਲੇ ਮੇਰੇ ਘਰ ਆਏ ਨੇ। ਮੈਂ ਉਦੋਂ ਨਹੀਂ ਮਿਲਿਆ, ਹੂੰ ਪਤਾ ਲੱਗ ਗਿਆ ਸੀ ਕਿ ਪੁਲਿਸ ਤੇ ਆ ਕੇ ਹਾਜੀ ਸਾਹਿਬ ਨੂੰ ਐ ਨਹੀਂ ਕਿਹਾ ਕਿ ਹਾਜੀ ਸਾਹਿਬ ਤੁਸੀਂ ਤੇ ਫੜੇ ਗਏ ਹੋ, ਮੈਨੂੰ ਮੇਰਾ ਨਾਮ ਨਾ ਦੱਸਣਾ। ਆ ਕੇ ਤੂੰ ਇੰਜ ਮਾਸੂਮ ਆਦਮੀ, ਹਾਜੀ ਸਾਹਿਬ ਨੇ ਤੈਨੂੰ ਦੱਸਿਆ, ਆਪੇ ਹੀ ਮਾਰ ਕੇ ਕਤਲ ਕਰਕੇ। ਹਾਜੀ ਸਾਹਿਬ ਦਾ ਫੋਨ ਆਇਆ, ਮੇਰੀ ਬੀਵੀ ਕਰੰਟ ਲੱਗ ਕੇ ਮਰ ਗਈ ਹੈ। ਤੂੰ ਫਿਰ ਉੱਥੇ ਚਲਾ ਗਿਆ, ਫਿਰ ਪਤਾ ਲੱਗਾ ਥਾਣੇ ਆ ਗਿਆ। ਜਿਹੜੀ ਹਕੀਕਤ ਮੈਂ ਦੱਸ ਤੇ ਉਹਦੇ ਦਿਮਾਗ 'ਚ ਉਸ ਟਾਈਮ ਕੀ ਚੱਲ ਰਿਹਾ ਸੀ ਤੈਨੂੰ ਪਤਾ ਹੈ? ਕਤਲ ਤੇ ਤੂੰ ਕੀਤਾ ਸੀ। ਇਹ ਅੱਲਾ ਉਹ ਜਾਣਦਾ। ਤੇਰੇ ਤੈਨੂੰ ਤੂੰ ਜਾਣਨਾ ਹੀ, ਅੱਲਾ ਜਾਣਦਾ। ਤੂੰ ਤੇਰੇ ਕੋ ਪੁੱਛ ਰਿਹਾ ਮੈਂ। ਬਿਲਕੁਲ, ਮੈਂ ਕਿਹਾ ਨਹੀਂ ਕਿ ਮੇਰਾ ਨਾਮ ਨਾ ਲੈ। ਤੁਹਾਨੂੰ ਮੈਂ ਦੱਸਣਾ ਮੈਂ ਕੀਤਾ। ਠੀਕ ਹੈ, ਮੇਰਾ ਹੈਗਾ ਸੀ, ਮੈਂ ਆਪੇ ਭੁਗਤ ਲਵਾਂਗਾ। ਹਾਈ ਸਾਹਿਬ ਦੇ ਅਲਫਾਜ਼ ਹੈਗੇ ਸਨ। ਅੱਛਾ ਠੀਕ ਹੈ, ਮੈਂ ਕਿਹਾ ਸਭ ਅੱਲਾ ਖੈਰ ਕਰੇ। ਚਲੋ ਪਰੇਸ਼ਾਨ ਤੇ ਬਣ ਗਈ, ਖੈਰ ਹੁਣ ਮੇਰੇ ਵਾਸਤੇ ਕੀ ਹੁਕਮ ਹੈ? ਮੈਂ ਕਿਹਾ ਕੁਛ ਨਹੀਂ, ਤੂੰ ਜਾ। ਹਾਂ ਠੀਕ ਹੈ, ਮੈਂ 1 to 5 ਦਾ ਨਹੀਂ ਪੁੱਛਿਆ ਕਿ ਮੈਨੂੰ ਲੈ ਕੇ ਦੇਣਾ ਕਿ ਤੁਹਾਨੂੰ ਨਹੀਂ। ਇੱਕ ਅਰਜ਼ ਕੀਤੀ ਕਿ ਮੇਰੀ ਉਹਨਾਂ ਨਾਲ ਇਸ ਤੋਂ ਵੱਡੀ ਗੱਲ ਨਹੀਂ, ਕਿ ਅੱਲਾ ਗਵਾਹ ਕਿ ਮੇਰੀ ਉਹਨਾਂ ਨਾਲ ਇਸ ਬਾਰੇ ਕੋਈ ਗੱਲ ਨਹੀਂ ਹੋਈ। ਅੱਛਾ, ਠੀਕ ਹੈ, ਬਾਕੀ ਜੇ ਮੇਰੀ ਗੱਲ 'ਚ ਕੋਈ ਅੱਲਾ ਤੇ ਪੁੱਛੇਗਾ, ਉਹ ਉਸ ਚੀਜ਼ ਦਾ ਵੀ ਗਵਾਹ ਹੈ ਜਿਹੜਾ ਤੁਸੀਂ ਕਤਲ ਕੀਤਾ ਹੈ। ਉਹ ਤੇ ਫਿਰ ਗੁਨਾਹਗਾਰ ਹੈਗੇ ਆ ਨਾ। ਹਾਂ, ਅੱਲਾ ਇੱਥੇ ਗਵਾਹ ਭਾਵੇਂ ਹੈ। ਮਾਫੀ ਮਿਲ ਜੇ, ਉੱਥੇ ਨਹੀਂ ਮਿਲਣੀ। ਸਹੀ ਹੈ। ਫਿਰ ਚਲਾ ਗਿਆ ਇੱਥੋਂ ਤੂੰ? ਇੱਥੋਂ ਮੈਂ ਘਰ ਚਲਾ ਗਿਆ ਆਪਣੇ। ਫਿਰ ਸਵੇਰੇ ਇਹਨਾਂ ਕੋ ਆਇਆ, ਇਹਨਾਂ ਨਾਲ ਗੱਲਬਾਤ ਕੀਤੀ। ਇਹਨਾਂ ਨੇ ਮੈਨੂੰ ਤਸੱਲੀ ਦੇ ਕੇ ਘੱਲਦਾ ਕਿ ਯਾਰ ਤੂੰ ਟੈਨਸ਼ਨ ਨਾ ਲੈ, ਮੈਂ ਵੇਖ ਲਵਾਂਗਾ। ਮੈਂ ਆਪਣੇ ਘਰ ਚਲਾ ਗਿਆ ਵਾਪਸ। ਤੇ ਅਗਲੇ 2 ਦਿਨਾਂ ਬਾਅਦ ਮੇਰੇ ਖਿਆਲ ਨਾਲ ਇੱਕ ਬੰਦਾ ਘਰ ਆਇਆ, ਪੁਲਿਸ ਦੇ ਆਇਆ। ਉਹਨੇ ਮਸੀਂ ਕਿਹਾ ਕਿ ਜੇ ਸਾਂਤ ਸਾਹਿਬ ਕਿੱਥੇ ਨੇ, ਉਹਨੂੰ 5000 ਰੁਪਏ ਦੇਣਾ ਹੈ। ਠੀਕ ਹੈ, ਮੈਂ ਉਸ ਟਾਈਮ ਬਾਹਰ ਉਬਰ ਚਲਾ ਰਿਹਾ ਸਾਂ, ਰੋਡ ਤੇ ਹੈਗਾ ਸਾਂ। ਉਹਨਾਂ ਨੇ ਕਿਹਾ ਕਿ ਜੀ ਮੇਰੀ ਗੱਲ ਕਰੋ। ਮੈਂ ਕਿਹਾ, ਮੈਨੂੰ ਪਤਾ ਲੱਗ ਗਿਆ ਸੀ ਕਿ ਪੁਲਿਸ ਆਈ ਹੈ। ਉਹ ਕਹਿੰਦਾ, ਮੈਂ ਕਿਹਾ ਭਾਈ ਮੈਂ ਘਰ ਨਹੀਂ ਗਿਆ, ਚਲੋ ਜਦੋਂ ਮੈਂ ਆਵਾਂਗਾ ਫਿਰ ਤੁਹਾਡਾ ਰਾਬਤਾ ਕਰ ਲਾਂਗਾ। ਜਿਨ੍ਹਾਂ ਨੇ ਘੱਲਿਆ ਨਾ ਉਹਨਾਂ ਕੋਲ ਮੈਨੂੰ ਡਾਇਰੈਕਟ ਫੋਨ ਕਰ ਲੈਣ ਤੇ ਮੈਂ ਆ ਜਾਂਦਾ ਵਾਂ, ਮਿਲ ਲਾਂਗਾ ਉਹਨਾਂ ਨੂੰ। ਉਹ ਕਹਿੰਦਾ ਜੀ ਚਲੋ ਠੀਕ ਹੋ ਗਿਆ, ਮੈਂ ਜਾਣਾ। ਉਹ ਚਲਾ ਗਿਆ ਘਰ। ਫਿਰ ਮੈਂ ਘਰ ਆ ਗਿਆ ਤੇ 2 ਦਿਨਾਂ ਬਾਅਦ ਹੀ ਫਿਰ ਜਿਹੜਾ ਹੈਗਾ ਨਾ, ਪੁਲਿਸ ਦੇ ਮੈਂ ਘਰੋਂ ਉਬਰ ਚਲਾਉਣ ਸੇ ਬਾਹਰ ਨਿਕਲਿਆ ਤੇ ਅੱਗੇ ਬੰਦੇ ਖਲੋਤੇ ਸਨ 7-8, ਉਹ ਫੜ ਕੇ ਇੱਥੇ ਲਾਏ।
तसल्ली तेनों रही है कि कुछ नहीं होंदा, खैर हैगी है। आप नहीं आया थाने नहीं कि आप- चला जावा? नहीं आप नहीं आए। क्यों नहीं आया? किन्ने बच्चे दी उम्र की? 2 ਸਾਲ ਦੀ ਬੇਟੀ 4 ਸਾਲ ਦਾ ਬੇਟਾ। ਕੀ ਉਹਨਾਂ ਨੂੰ ਮਤਲਬ ਕੀ ਵੱਡੇ ਹੋ ਕੇ ਕੀ ਦੱਸਣਗੇ, ਸਕੂਲ ਚ ਜਾਣਗੇ ਕੀ? ਉਹਨਾਂ ਦਾ ਪਿਓ ਨੇ ਕੀ ਕੀਤਾ? ਤੂੰ ਕਹਿੰਦਾ 1 to 5 ਤੋਂ ਵੀ ਇਨਕਾਰੀ ਹੈ, ਉਹ ਵੀ ਨਹੀਂ। ਤੇ ਤੇਰੀ ਵਜ੍ਹਾ ਕੀ ਹੈ? ਤੂੰ ਉਹਨਾਂ ਨੂੰ ਕਤਲ ਪੁੱਛ ਕਿਉਂ ਲਓ, ਉਹ ਕੀਤਾ? ਮੂੰਹ ਤੇ ਖਲੋਤੇ ਜਦੋਂ ਤਫਤੀਸ਼ ਹੁੰਦੀ ਵੀ ਸੀ, ਮੈਂ ਉਹਨਾਂ ਨੂੰ ਉਹਦੇ ਮੂੰਹ ਤੇ ਕਿਹਾ ਸੀ ਕਿ ਮੇਰੀ ਇਸ ਬੰਦੇ ਨਾਲ ਐਸੀ ਕੋਈ ਗੱਲ ਨਹੀਂ ਹੋਈ। ਉਹ ਮੂੰਹ ਤੇ ਖੜੇ ਗਏ, ਅਗਰ ਇਸ ਗੱਲ ਦੇ ਵਿੱਚ ਝੂਠ ਤੇ ਹੋਏਗਾ। ਫਿਰ ਕਤਲ ਕਿਉਂ ਕੀਤਾ ਜੀ? ਕਤਲ ਤੁਹਾਨੂੰ ਦੱਸਿਆ ਕਿ ਮੈਨੂੰ ਨਹੀਂ ਸੀ ਇਰਾਦਾ ਹੈਗਾ ਸੀ ਕਿ ਇਹਨਾਂ ਨੇ ਕਤਲ ਕਰਨਾ ਹੈ। ਜਦੋਂ ਉਹਨਾਂ ਨੇ ਕਲੋਰੋਫੋਮ ਦੇ ਮੂੰਹ 'ਚ ਪਾਇਆ ਤੇ ਮੈਨੂੰ ਉਦੋਂ ਕਨਫਰਮ ਹੋ ਗਿਆ ਕਿ ਇਹਨਾਂ ਨੇ ਇਹਨੂੰ ਕਰਤਾ ਪੂਰਾ। ਹੁਣ ਉਹ ਮਲਵਸ ਕੀ ਤੇ ਮੈਂ ਮਲਵਸ ਕੀ, ਦੋਵੇਂ ਬਰਾਬਰ ਦੇ ਇਸ ਚੀਜ਼ 'ਚ ਸ਼ਰੀਕ ਹੋ ਗਏ ਆ। ਸ਼ੁਰੂਆਤ ਤੇ ਤੂੰ ਕੀਤੀ ਨਾ, ਤੂੰ ਹੀ ਕਲੋਰੋਫਾਰਮ ਉਹਨੂੰ ਸੰਘਾਇਆ ਸਭ ਤੋਂ ਪਹਿਲੇ। ਮੇਰਾ ਡਿੱਗ ਗਿਆ ਸੀ ਥੱਲੇ, ਮੇਰੇ ਹੱਥੋਂ ਥੱਲੇ ਡਿੱਗ ਗਿਆ ਸੀ। ਬਾਅਦ 'ਚ ਇਹਨਾਂ ਨੇ ਚੁੱਕ ਕੇ ਉਹਦੇ ਮੂੰਹ 'ਤੇ ਰੱਖਿਆ ਤੇ ਮੈਨੂੰ ਕਹਿੰਦੇ ਤੇ ਹੱਥ ਰੱਖ। ਤੇ ਉਹ ਕਹਿੰਦੇ ਰਹੇ ਤੇ ਤੂੰ ਕਰਦਾ ਰਿਹਾ। ਇਹ ਮਾਸੂਮ ਆਦਮੀ ਹੈ, 2 ਬੱਚੇ ਵੀ ਪੈਦਾ ਕੀਤੇ, ਸ਼ਾਦੀ ਵੀ ਕੀਤੀ, ਗੂਗਲ ਤੋਂ ਕਲੋਰੋਫਾਰਮ ਵੀ ਮੰਗਵਾਉਣਾ ਹੈ। ਇੰਨਾ ਟੈਕਨੀਕਲ ਕਿੱਥੋਂ ਹੈ? ਤੈਨੂੰ ਆਈਡੀਆ ਕਿੱਥੋਂ ਆਏ? ਨਹੀਂ ਆਈਡੀਆ, ਜਿਹੜੇ ਹਾਜੀ ਸਾਹਿਬ ਨੂੰ ਦਿੱਤੇ ਤੂੰ ਫਿਰ ਉਹਨਾਂ ਦੀ ਬੀਵੀ ਕਤਲ ਕਰਨ ਵਾਸਤੇ? ਕੋਈ ਆਈਡੀਆ ਨਹੀਂ ਦਿੱਤਾ ਇਸ। ਕੀ ਵੇਖਣਾ ਹੈ? ਕੋਈ CID ਕੀ ਫਿਲਮਾਂ ਵੇਖਣਾ ਹੈ? ਉਹ ਤੇ ਹਰ ਦੁਨੀਆ ਵੇਖਦੀ ਹੈ। ਵੇਖਦੀ ਹੈ ਤੇ ਉਹਦੇ ਤੋਂ ਇਹੋ ਜਿਹੀਆਂ ਸ਼ੈਮਾਂ ਕੱਢਦਾ? ਨਹੀਂ ਕਦੀ ਉਹਨੇ ਨਹੀਂ ਤੇਰਾ ਕੀ ਵਿਗਾੜਿਆ ਸੀ ਉਸ ਔਰਤ ਨੇ? ਮੇਰਾ ਹਾਈ ਸਾਹਿਬ ਨੂੰ ਪੁੱਛੋ ਉਹਦਾ ਕੀ ਵਿਗਾੜਿਆ ਸੀ। ਮੈਨੂੰ ਕੀ ਪਤਾ ਕਿ ਉਹਨਾਂ ਨੇ ਇਹਨੂੰ ਇਸ ਹੱਦ ਤੱਕ ਜਾਣੀ ਕਿ ਪਹੁੰਚਣਾ ਸੀ। ਮੈਨੂੰ ਜਿੰਨੀ ਕੁ ਗੱਲ ਦੱਸੀ ਗਈ ਸੀ ਉਹਨਾਂ ਕਿਤਾ, ਜਦੋਂ ਉਹਨਾਂ ਦੱਸਿਆ ਕਿ ਉਹਨਾਂ ਕਲੋਰੋਫਾਰਮ ਮੂੰਹ 'ਚ ਪਾਇਆ ਉਹਦੇ, ਠੀਕ ਹੈ, ਉਦੋਂ ਮੈਨੂੰ ਕਨਫਰਮ ਹੋਇਆ ਕਿ ਲੋ ਵੀ ਇਸ ਬੰਦੇ ਨੇ ਜਿਹੜਾ ਹੈਗਾ ਨਾ ਇਸ ਹੱਦ ਤੱਕ ਕੰਮ ਕਰਨਾ ਸੀ। ਕਤਲ ਦਾ ਪਤਾ ਕੀ ਹੁੰਦੀ ਹੈ ਸਜ਼ਾ? ਦੱਸ, ਕਤਲ ਦੀ ਸਜ਼ਾ ਦਾ ਪਤਾ ਕਿ ਨਹੀਂ? ਬਸ ਅੱਲਾ ਮਾਲਕ ਹੈ, ਕੀ ਕਰ ਸਕਦੇ। ਗੂਗਲ ਚਲਾਨਾ ਹੈ, ਉਬਰ ਵੀ ਚਲਾਨਾ ਹੈ, ਸਭ ਕੁਝ ਕਰਨਾ ਹੈ, ਫਾਈਨਲ ਹੈ ਤੂੰ ਪੂਰਾ ਉਜਰਤੀ ਕਾਤਲ ਹੈ ਤੇ ਸਜ਼ਾ ਦਾ ਨਹੀਂ ਪਤਾ ਕੀ ਹੈ ਸਜ਼ਾ? ਇਹ ਵੀ ਅੰਦਰ ਬਹਿ ਕੇ ਸਰਚ ਕਰ ਲਾਂਗੇ। ਇਹ ਵੀ ਸਰਚ ਕਰੇਗਾ? ਸਰਚਿੰਗ ਹੀ ਕਰ ਰਹੇ हैं, कोई शर्मिंदगी नदामत हंस रहे हैं। ਤਾਂ ਸ਼ਰਮਿੰਦਗੀ ਕੀ ਕਰੀਏ ਹੁਣ ਇਸ ਹੈਂ? ਤੋਂ ਬਾਅਦ? ਜਦੋਂ ਤੁਹਾਨੂੰ ਪਤਾ ਕਿ ਹੁਣ ਅੰਦਰ ਹੈਗੇ ਆ, ਇਸ ਤੋਂ ਬਾਅਦ ਅੱਗੇ ਸਜ਼ਾ ਹੀ ਹੈ ਜਾਂ ਜੋ ਵੀ ਮਾਮਲਾ ਤੇ ਤੁਹਾਨੂੰ ਪਤਾ ਅੱਗੇ ਹੋਣਾ ਹੀ ਹੈ। ਤੁਹਾਨੂੰ ਪਹਿਲਾਂ ਨਿੱਕੀ ਜਿਹੀ ਗੱਲ ਕੀਤੀ, ਇੱਥੇ ਅਗਰ ਮਾਫੀ ਮਿਲ ਜੇ ਉੱਤੇ ਮਾਫੀ ਨਹੀਂ ਮਿਲਣੀ ਇਸ ਚੀਜ਼ ਦੀ, ਕਿਉਂਕਿ ਇਸ ਚੀਜ਼ ਦਾ ਇੱਕ ਹੁੰਦਾ ਨਾ ਕਿ ਬੰਦਾ ਤੇ ਫਿਰ ਕਰਦਾ ਹੈ। ਸ਼ਰਮ ਵੀ ਤੇ ਕਰਨੀ ਚਾਹੀਦੀ ਹੈ ਨਾ ਅਗਰ ਇਹੋ ਜਿਹਾ ਵੱਡਾ ਕੰਮ ਕਰਦਾ। ਬਾਕੀ ਉਹ 1 to 5 ਦੀ ਵੀ ਸੂਰਤ ਹਾਲ ਸੁਣ ਲੈਣੇ ਕਿ ਅਸਲ ਦੇ ਵਿੱਚ ਤੂੰ ਲਿੱਤਾ ਸੀ। ਤਫਤੀਸ਼ੀ ऑफिसर की कहते हैं इस वाले। नाज़रीन, हमारे साथ जमशेद साहब इस कत्ल के तफ्तीशी ऑफिसर भी मौजूद हैं। उन्हीं की ज़ुबानी जानते हैं कि ये जो कहानियाँ सुना रहा है इस कत्ल केस का मुलजिम असल में हक़ाइक़ है कि। आइए जमशेद साहब, ये कत्ल की जो अफसोसनाक वारदात हुई, किस तरीके से आपने इस मुलजिम को गिरफ़्तार किया? इसका तो कहना है कि इसने ये कत्ल की वारदात नहीं की, बल्कि ये जो इसके वालिद का दोस्त थे अनवर, उसके कहने पर ये इसने क्लोरोफॉर्म उसे लेके दिया और फिर वो सुंघाना था और बेहोश करके। ये बेहोश करके कौन सा सबक सिखाना होता है? मुझे तो ये नहीं समझ आ रही। असल हकाइक है क्या वो? ये मुकम्मल प्लानिंग इन्होंने की है कि उसको मारना कैसे है। पहले यूट्यूब से ये ऑनलाइन देसी घी वगैरह का भी काम करता है कि सोशल मीडिया से ये है और समझता है उसे ना सोशल मीडिया को। सही। उसने इसने सारा देख के तो फिर उसको बताया कि भी ऐसे ऐसे करते हैं, क्योंकि वो इसके साथ शेयर करता था कि मैं घर में बहुत परेशान हूँ, बीवी बहुत लड़ाई झगड़ा करती है। तो उससे इन्होंने फिर ये प्लानिंग की है। देखिए ना, पहले एक दफ़ा मंगवाया कहते हैं ऑनलाइन, लेकिन वो सही नहीं निकला। फिर दोबारा मंगवाया, फिर अच्छा, नहीं वो सही कहता निकला। है हाजी साहब चेक करते थे, ये मंगवाता था, कहता हाजी साहब ने वाल एवं थोड़ी चिट्टे कर ले। मैं क्या उन्होंने की पता? वो तो कहता क्लोरोफॉर्म दा मैंने नहीं पता। वो तो अनपढ़ है ना, हाँ। इसको तो इसी ने सारा कुछ बताना था ना। फिर गए हैं उधर, प्लानिंग के साथ ही गए हैं ना मास्टर उसके घर। प्लानर ये है। ये है, इसने सारा कुछ उसको समझाया कि ऐसे ऐसे करना है। तो फिर उसके बाद देखें, वो सेचुरेशन मशीन होती है, ग्लूकोमीटर जो है, वो लगा के चेक किया है कि ये अब जिंदा है कि मर गई है। मुकम्मल तसल्ली करके फिर घर से निकले हैं ये। फिर घर से निकले तो फौरी तौर पे तफ्तीश में मान गया था अनवर के उसके साथ ये एहसान जो है मुलव्विस है, कि कुछ टाइम लगा? नहीं, टाइम तो फिर लगता है ना, कुछ सवाल जवाब करने के बाद फिर वो ब्रेक हुआ है, फिर उसने इसका बताया, फिर इसको पकड़ा है। सही, ठीक है। अब जो तफ्तीश में बात सामने आई है कि उसने इसे 1 to 5 लेके देना था, जिस लालच में इसने उसके साथ मिलके ये कत्ल की वारदात की है। लेकिन ये जो मुलजिम है वो कहता है ऐसी इस वाले से कोई भी बात नहीं है। नहीं, वो तो है ना हकीकत। तो इसने फिर फ्री में थोड़ा करना था, कोई बात उसने उसको दी है, कोई पैसे दिए हैं क्लोरोफार्म के लिए भी उसी ने पैसे इसको दिए हैं। तो मोटरसाइकिल का भी उसने कहा था मैं आपको मोटरसाइकिल लेके दूंगा। इसने अपग्रेड करनी होगी, जो उबर पे चलाता होगा वो। जी बिल्कुल ऐसे ही है। 70 होगी पहले इसके जी पास। बिल्कुल ऐसे ही। अब इसने 1 to 5 लेना जी था। तो उजरती कातिल के तौर पे इसने काम किया। वैसे ही आ रहा है ना कि इसीलिए उसने ये काम किया।
अनवर का कहना है कि उसने ये कत्ल की वारदात की प्लानिंग नहीं की थी, बल्कि अचानक से कत्ल हो गया और उस कत्ल में भी उसका किरदार नहीं, एहसान ने सारी वारदात की। एहसान से जब पूछा गया तो एहसान का कहना है कि क्लोरोफॉर्म उसने ज़रूर सुंघाया, लेकिन अनवर ने बाकायदा तौर पर वो क्लोरोफॉर्म जो है वो अपनी बीवी के मुंह में डाल दिया और 1 घंटे तक उसे बाकायदा तौर पर देखते रहे। असल हकायक हैं क्या, ये दोबारा अनवर की ज़ुबानी जानते हैं। हाँ जी अनवर साहब, उदों से सर मैं तो ਸਾਨੂੰ ਗੱਲਾਂ ਝੂਠੀਆਂ ਸੁਣਾਉਂਦੇ ਰਹੇ ਹੋ, ਇਹ ਕੀ ਕਹਿ ਰਹੇ ਆ? ਦੱਸ ਕੇ ਸਾਰਾ ਕੁਝ ਸਾਹਮਣੇ ਐਸੇ ਕਰਕੇ ਲੈ ਆਏ ਆ ਨਾ, ਕੀ ਦੱਸ ਗਏ ਹੋ? ਮੈਂ ਤੁਹਾਨੂੰ ਸਭ ਉਹ ਕੁਝ ਕਹਿੰਦਾ ਹੈ ਕਿ ਕਲੋਰੋਫਾਰਮ ਪਾ ਕੇ ਕਤਲ ਕੀਤਾ ਹੈ ਅਨਵਰ ਨੇ। ਮੂੰਹ ਦੇ ਵਿੱਚ ਕਿਉਂ ਪਾਇਆ ਫਿਰ? ਮੈਂ ਤੇ ਪਾਇਆ ਹੀ ਨਹੀਂ, ਹੁਣ ਕਹੀ ਜਾਵੇ ਤੇ ਕਹੀ ਜਾਵੇ। ਅੱਛਾ, ਝੂਠ ਬੋਲ ਰਿਹਾ ਹੋ? ਮੈਂ ਇਹਦਾ ਚੁੱਕ ਕੇ ਅੰਦਰ ਲੱਗਿਆ ਵਾਂ। ਕਹਿੰਦਾ 1 to 5 ਦੀ ਕੋਈ ਡੀਲ ਨਹੀਂ ਹੋਈ ਸੀ। ਨਹੀਂ ਮੋਟਰਸਾਈਕਲ ਦੇ ਨੂੰ ਕਿਹਾ ਸੀ। ਹਾਂ ਬਈ, ਹੁਣ ਅਨਵਰ ਤੇਰੇ ਨਾਲ ਖਲੋਤਾ ਹੈ, ਦੱਸ ਬਈ ਇਹਦੇ ਨਾਲ ਕੁਝ ਕੀ ਕਹਿੰਦਾ ਪਿਆ? ਕੀ ਕਹਿ ਰਿਹਾ? ਤੇਰੇ ਸਾਹਮਣੇ ਕਹਿ ਰਿਹਾ ਹੈ। ਮੋਟਰਸਾਈਕਲ ਦੀ ਮੈਂ ਪਹਿਲਾਂ ਨਹੀਂ ਦੱਸੀ ਸੀ, ਮੇਰੀ ਨਾਲ ਕੋਈ ਡੀਲ ਨਹੀਂ ਸੀ ਹੋਈ। ਤੇ ਫਿਰ ਕਲੋਰੋਫਾਰਮ ਕਤਲ ਤੂੰ ਕੀਤਾ ਹੈ ਸਾਰਾ? ਕਹਿ ਸਕਦੇ ਹੋ ਤੁਸੀਂ ਹੁਣ, ਜਦੋਂ ਜ਼ਾਹਿਰ ਦੀ ਗੱਲ ਹੈ ਮੁਲਵਸ, ਜਦੋਂ ਮੁਲਵਸ ਹੋ ਗਿਆ ਤਾਂ ਫਿਰ ਬਰਾਬਰ ਦੇ ਸ਼ਰੀਕ ਹੋ ਗਏ ਨਾ ਸਰ। ਇਸ ਤੋਂ ਬਾਅਦ ਅੱਗੇ ਕੀ ਰਹਿ ਫਿਰ ਗਿਆ? ਸੱਚ ਕਿਉਂ ਨਹੀਂ ਬੋਲਦੇ? ਸੱਚ ਦੱਸਤਾ ਤੁਹਾਨੂੰ ਝੂਠੇ ਸਾਰਾ ਬਿਆਨਾਤ ਕਿਉਂ ਦਿੰਦੇ? ਸਾਰਾ ਸੱਚ ਦੱਸ ਹੋਏਗਾ। ਮੋਟਰਸਾਈਕਲ ਦੀ ਗੱਲ ਉਹ ਕਹਿ ਰਿਹਾ ਤੇਰੇ ਨਾਲ ਡਨ ਹੋਈ, ਤੂੰ ਜਰ ਦੀ ਕਾਤਲ ਹੈ ਨਾ, ਮੰਨ ਲਈ। ਜਦੋਂ ਮੇਰੀ ਉਹਨਾਂ ਨਾਲ ਪਹਿਲੀ ਗੱਲ ਹੀ ਨਹੀਂ ਕੋਈ ਮੋਟਰਸਾਈਕਲ, ਜੋ ਤੁਸੀਂ ਉਹ ਮੋਟਰਸਾਈਕਲ ਨੂੰ ਬਾਰ-ਬਾਰ ਵਿੱਚ ਰੱਖਿਆ ਤੇ ਮੰਨ ਲੈਣੇ। ਮੈਂ ਨਹੀਂ ਰੱਖਿਆ, ਤਫਤੀਸ਼ੀ ਆਫੀਸਰ ਨੇ ਰੱਖਿਆ, ਪੁਲਿਸ ਨੇ ਰੱਖਿਆ, ਮੇਰੀ ਤਰ੍ਹਾਂ ਉਹਨਾਂ ਔਰ ਨੇ ਉਹਨੇ ਰੱਖਿਆ ਜਿਹਦੀ ਕਹਿਣ ਤੇ ਤੂੰ ਉਹਦੀ ਬੀਵੀ ਕਤਲ ਕੀਤੀ ਹੈ। ਮੈਂ ਕਿਉਂ ਰੱਖਣਾ ਹੈ ਮੋਟਰਸਾਈਕਲ ਨੂੰ? ਮੇਰਾ ਕੀ ਤਲਕ ਹੈ ਮੋਟਰਸਾਈਕਲ ਨਾਲ? ਸਰ ਮੇਰੀ ਅੱਲਾ ਮਾਫ ਕਰੇ, ਮੇਰੀ ਉਹਨਾਂ ਦੇ ਕਤਲ ਕਰਦੇ ਤੈਨੂੰ ਅੱਲਾ ਦਾ ਖਿਆਲ ਨਹੀਂ ਆਇਆ। ਹੁਣ ਤੂੰ ਅੱਲਾ ਕੋਲੋਂ ਮਾਫੀਆਂ ਮੰਗ ਰਿਹਾ। ਉਹਨਾਂ ਦੀ ਹੈਵੀ ਬਾਈਕ ਨਾਲ ਗੱਲ ਹੋਈ ਸੀ, ਹੋਂਡੇ ਦੀ 1 to 5 ਦੀ ਗੱਲ ਨਹੀਂ ਸੀ ਹੋਈ। ਹੈਵੀ ਬਾਈਕ ਦੀ ਗੱਲ? ਹੈਵੀ ਬਾਈਕ ਦੀ ਗੱਲ ਹੋਈ ਸੀ। ਸ਼ਰਮ ਨਹੀਂ ਆਂਦੀ ਤੈਨੂੰ? ਬਕਾਇਦਾ ਤੌਰ ਤੇ ਬੇਸ਼ਰਮ ਇਨਸਾਨ ਹੈ। ਕਲੋਰੋਫਾਰਮ ਐਨੇ ਉਹਦੇ ਮੂੰਹ ਚ ਪਾਇਆ ਸੀ ਕਿ ਤੂੰ ਕਤਲ ਕੀਤਾ? ਸਰ ਬਰਾਬਰ ਦੇ ਸ਼ਰੀਕ ਹੋਏ ਨਾ ਦੋਵੇਂ, ਜੋ ਵੀ ਮਾਮਲਾ ਚੱਲਿਆ ਉੱਥੇ ਜੋ ਵੀ ਗੱਲ ਹੋਈ। ਹਾਂ ਚਲੋ ਅਣਜਾਣੇ ਚ ਮਰ ਗਈ, ਜਾਣ ਕੇ ਮਾਰੀ, ਉਹ ਦੋਵਾਂ ਦੇ ਫਿਰ ਬਰਾਬਰ ਦੇ ਸ਼ਰੀਕ ਹੋ ਗਏ ਉਹਦੇ ਵਿੱਚ। ਬਰਾਬਰ ਦੇ ਉਹਦੇ ਵਿੱਚ ਫਿਰ ਘੱਟ ਹੈ ਕੀ ਤੇ ਵੱਧ ਮੈਂ ਕੀ। ਠੀਕ ਕੀਤਾ ਜੋ ਕੀਤਾ। ਗਲਤੀ ਤੁਹਾਨੂੰ ਦੱਸਿਆ ਪਹਿਲੀ ਹੋਈ ਹੈ, ਤੁਹਾਨੂੰ ਤੇ ਪਹਿਲੇ ਗਲਤੀ ਦੀ ਸਜ਼ਾ ਹੁੰਦੀ, ਸਜ਼ਾ ਲਈ ਤਿਆਰ ਹੈ? ਜ਼ਾਹਿਰ ਦੀ ਗੱਲ ਕੀ ਸਜ਼ਾ ਹੋਣੀ ਚਾਹੀਦੀ? ਸਰ ਇਸ ਤੋਂ ਵੱਧ ਕੀ ਹੋਣਾ? ਸਜ਼ਾ ਤੋਂ ਵੱਧ ਤੇ ਕੀ ਹੈ, ਕਿਉਂਕਿ ਪਤਾ ਕਿ ਪਿੱਛੇ ਆਣ ਜੋਗਾ ਵਾਲਾ ਕੋਈ ਨਹੀਂ ਹੈਗਾ, ਕੋਈ ਮਾਮਲਾ ਤੇ ਨਹੀਂ ਹੈਗਾ। ਸਜ਼ਾ ਤੋਂ ਵੱਧ ਪਤਾ ਇਹੀ ਕਤਲ ਦੀ ਸੋਚ ਸਜ਼ਾ ਦਾ ਨਹੀਂ ਹੈ? ਨਹੀਂ ਨਹੀਂ ਪਤਾ। ਫਾਂਸੀ ਹੁੰਦੀ ਹੈ ਜਾਂ ਉਮਰ ਕੈਦ ਹੁੰਦੀ ਹੈ? ਹੋਣੀ ਚਾਹੀਦੀ ਕਿ ਮਾਫੀ ਹੋਣੀ ਚਾਹੀਦੀ? ਦੱਸ ਨਾ ਕੋਈ ਕਰਤੂਤ ਦੱਸ ਜਿਹਦੀ ਵਜ੍ਹਾ ਤੋਂ ਮਾਫੀ ਹੋਣੀ ਚਾਹੀਦੀ। ਰਹੀ ਹੈਗਾ, ਗਲਤੀ ਦੇ ਨਾਲ ਹੀ ਕੰਮ ਹੋਇਆ ਤੇ ਅਗਰ ਜੇ ਮਾਫੀ ਮਿਲ ਜੇ ਤੇ ਘਰ ਲਿਆ ਸਿਸਟਮ ਜਿਹੜਾ ਮਾਮਲਾ ਤੇ ਹੈਗੇ ਨੇ ਕਿ ਇੱਥੋਂ ਤੇ ਮਾਫੀ ਤੁਹਾਨੂੰ ਪਹਿਲਾਂ ਦੱਸਿਆ ਮਿਲ ਜੇਗੀ, ਲੇਕਿਨ ਉਸ ਉੱਥੋਂ ਮਾਫੀ नहीं मिलेगी। नाज़रीन, ये जो दरिंदे बने होते हैं लोग, ये जो वो अक्सर औकात सज़ा की बात पर वो माफ़ी की तरफ जाते हैं और कहते हैं पीछे से निज़ाम चलाना, लेकिन जब ये कार्रवाई कर रहे होते हैं, किसी को मौत के घाट उतार रहे होते हैं, तब इन्हें किसी की परवाह नहीं होती। दोबारा आखिरी गुफ्तगू करते हैं और उसके बाद तमाम हकाइक हैं क्या इंचार्ज इन्वेस्टिगेशन की ज़ुबानी आपको सुनाएंगे। उस मरकज़ी मुलज़िम की जानिब चलते हैं। सब कुछ ਇਹਦੇ ਨਾਲ ਮਿਲ ਕੇ ਕੀਤਾ, ਕਤਲ ਕਰ ਦਿੱਤਾ ਆਪਣੀ ਬੀਵੀ ਨੂੰ, ਕੋਈ ਨਦਾਮਤ। ਹੁਣ ਇਹਦੇ ਵੀ ਬੱਚੇ ਨੇ 2, ਕੀ ਬਣੇਗਾ? ਆਪਣੇ ਨਾਲ ਆਪਣੇ ਦੋਸਤ ਦੇ ਪੁੱਤਰ ਨੂੰ ਵੀ ਫਸਾਤਾ ਕਤਲ 'ਚ। ਬਸ ਨਾਗਲੇ ਦਾ ਤੁਹਾਨੂੰ ਦੱਸਿਆ ਕਿ ਸਾਰੀ ਗੱਲ ਗਲਤੀ ਹੋ ਗਈ ਹੈ। ਬਸ मामूली जी गलती नहीं, ये बड़ी बड़ी गलती जनाब। अच्छा, मामूली तो नहीं है, मामूली नहीं है। नाजरीन, आपने गुफ्तगू सुनी, अब मजीद इस केस में हकाइक हैं क्या, वो इंचार्ज इन्वेस्टिगेशन की ज़ुबानी सुनाते हैं। नाजरीन, इस वक्त हमारे साथ इंचार्ज इन्वेस्टिगेशन थाना मिस्री शाह आतिफ रियाज साहब मौजूद हैं। उन्हीं की ज़ुबानी सुनाते हैं कि शौहर ने अपनी बीवी को बेदर्दी के साथ क्यों कत्ल किया, इसके पीछे वजूहात हैं क्या। बहुत शुक्रिया आतिफ साहब, आपने वक्त दिया। आतिफ साहब, ये बताइएगा इस केस की तफ्तीश का आगाज़ किस तरह से किया गया, कैसे इतला मसूल हुई? ये 1 सितंबर जुमे का दिन था। 5 बजे के करीब 15 पे कॉल मसूल होती है सही कि एक खतून की डेड बॉडी घर में पड़ी हुई है और इसका मर्डर हो गया है। सही। मौका पे पहुंचते हैं, 1122 भी मौका पे आ जाती है, वो बता देते हैं, वेरीफाई कर देते हैं कि इसकी जी डेथ हो चुकी है। ठीक है। वहाँ पे लोगों का रश लगा होता है। उसमें कुछ लोग कह रहे होते हैं कि इसकी करंट लगने से डेथ हो गई है। सही। कुछ लोग कह रहे होते हैं कि इसको इसके खावन ने जहर दे दिया है। ठीक है। वहाँ पे जब ये चीज़ें डिस्कस हो रही होती हैं तो इसका खावन आगे पीछे हो जाता है मौका से। अच्छा, उधर से गायब हो जाता है। ठीक। जो मकतूला का भाई है वो हमें बताता है कि बुशरा बीबी जो मकतूला हैं, उनका भाई हमें बताता है कि ये पहले भी कई दफ़ा लड़ाई झगड़ा कर चुके हैं। अच्छा। और हमें ये कभी शुबा है कि हमारी बहन को अनवर उसके खावन ने ही कत्ल किया है। सही।
क्योंकि उसके घर में उसकी फैमिली के साथ, उसकी जो अनवर की मकतूला के साथ दूसरी शादी थी जो 8 साल चली। अच्छा। इससे पहले अनवर की जो पहली बीवी थी वो तकरीबन 30 साल बाद अल्लाह को प्यारी हो गई। सही। उसमें 3 बच्चे हैं उसके, 2 शादीशुदा हैं, एक बेटी और एक बेटा, जबकि एक जो बेटा है वो उसका कवारा है। सही। ये सारी फैमिली एक ही घर में रहते थे, एक ही कंबाइन, एक ही घर में रहते थे। जब हमने मौका पे गए हैं वहाँ पे जो है ना वो हमने सूरत हाल देखी है। डेड बॉडी को हमने डेड हाउस शिफ्ट करवाया है, FIR का अंदराज किया है। FIR के अंदराज के बाद हमने पोस्टमार्टम करवा के डेड बॉडी जो है ना वो लवाहकीन के सुपुर्द की है और मुलज़म को ट्रेस आउट किया है। मुलज़म को हमने उसको अरेस्ट किया है। मुलज़म ने दौरान इंटरोगेशन फिर ये बताया कि जी उसकी 8 साल कबल शादी हुई थी, लेकिन वो अपनी इस दूसरी शादी से खुश नहीं था। इसमें से उसकी एक 6 साल की बेटी है और अक्सर व बेशतर इनका आपस में लड़ाई झगड़े वाला माहौल रहता था। तकरीबन 1 या 1.5 माह पहले से इसने प्लानिंग शुरू कर दी कि अब मैं इससे एक ही दफ़ा जान छुड़वा लूँ। अच्छा, 1-1.5 माह पहले, 1-1.5 माह पहले इसने प्लानिंग शुरू कर दी। इसका एक दोस्त था अमजद मरहूम, वो फौत हो चुका है, उसके बेटे के साथ इसकी इस्लाम दुआ थी। उससे इसने 2-4 दफ़ा डिस्कस किया कि मुझे मेरी बीवी बहुत ज़्यादा तंग कर दी है, इसका कोई बंदोबस्त हमने करना है। तो दोनों ने प्लानिंग करके ये डिसाइड किया कि इसको किसी ऐसी तरह कत्ल किया जाए कि वो एक हादसा लगे या वो एक इत्तफाकिया मौत लगे। सही। उसके लिए इन्होंने ऑनलाइन क्लोरोफॉर्म का ऑर्डर किया। वो क्लोरोफॉर्म मैनेज करके मकतूला का खावन, अपने जो साथी एहसान नाम है उसका, उसको वो साथ लेके गया है जिस दिन इसने वकूआ किया है। उसको किचन में बेच दिया है कि उसके लिए खाना तैयार करो। जैसे ही वो किचन में पहुंची है उसके पीछे ही इसने एहसान को बेच दिया कि इसको जाके फ़ौरन जो है ना वो बेहोश कर दो। सही। एहसान ने उसके मुंह पे रुमाल रख के किचन में उसको बेहोश कर दिया। फिर दोनों ने उसको बेहोशी की हालत में ही किचन से उठा के बेडरूम में शिफ्ट किया। बेडरूम में जाके इन्होंने फिर उसके मुंह के ऊपर रुमाल जो था वो दबा के रख दिया। सही। वो रुमाल इन्होंने 15-20 मिनट जो है ना वो उसको दबा के रखा, इसका सांस बंद हो जाए। उसके बाद इस चीज़ को इंश्योर करने के लिए कि आया कि ये बेहोश है या डेथ हो गई है, इन्होंने सैचुरेशन मशीन का इस्तेमाल किया। अच्छा। उसकी फिंगर को लगा के उन्होंने पल्स रेट, उसकी ऑक्सीजन लेवल चेक की। जब इनको इंश्योर हो गया कि अब ये फौत हो चुकी है तो फिर ये वहाँ से दोनों फरार हो गए। इतने टेक्निकल तरीके से मतलब कत्ल किया, क्लोरोफॉर्म मंगवाया गया, क्या मुल्जिम इतना नॉलेज रखते हैं और क्या वजह क्या है इसके पीछे, कैसे रखते हैं? क्योंकि एक उबर चलाता है जो एहसान है जी, दूसरा अनवर है जिसकी उम्र 60 साल है, तो इतना उन्हें कैसे इसमें पता है? अनवर चूँकि अग्रीव था, बेसिकली रंजश जो है ना वो अनवर की थी मकतूला के साथ, उसको परेशानी थी या वो तंग करती थी। अनवर ने फिर जो है ना वो एहसान को इंगेज किया पैसों का लालच देके। उसको एडवांस उसने पैसे दिए जिसकी उन्होंने क्लोरोफॉर्म जो है ना वो ऑनलाइन मंगवाई। उसके अलावा जो 1 to 5 लेके देना 1 to 5 अनवर ने जो है ना वो इस वकूए के बाद, ये मामला निपटाने के बाद उन्होंने जो है ना वो एहसान को 1 to 5 लेके देना था और एहसान को इंश्योर करवाया था कि अगर ये मर्डर हो जाती है तो मैं इसका खामंद हूँ, मैं मुद्दई बन जाऊँगा, तुम्हारे ऊपर मैं कोई हरफ आने ही नहीं दूंगा अगर इस हद तक बात आई भी तो। मतलब एहसान जो है उजरती कातिल के तौर पे एहसान को इसने लालच दिया, उस लालच में एहसान ने जो है ना वो ये इंसिडेंट कमिट किया। सही, ठीक है। तो अब एहसान जो है और अनवर है, ये पहले जो गुफ्तगू करते हैं ज़्यादातर यही बात करते हैं कि इन्होंने सिर्फ बेहोश करके उससे सबक सिखाना था, तो बेहोश करके कौन सा सबक सिखाया जाता है, ये समझ नहीं आ रही। इसमें एक चीज़ तो मैं क्लियर कर दूं कि अगर इन्होंने उसको सबक ही सिखाना था तो फिर इन्होंने जो सैचुरेशन मशीन ड्यूरिंग इन्वेस्टिगेशन हमें रिकवर करवाई है और उसका इस्तेमाल किया है, कम से कम वो इन्होंने नहीं करना था। सही। अगर इसको बेहोश ही करना होता तो वो बेहोश करके घर से भाग जाते। उसके बाद ये 1 घंटे तक वहाँ पे बयान भी इनका खुद अपना मौजूद रहे। और उसमें मैं बताता चलूँ कि इन्होंने एक आयरन स्विच में लगा के गर्म करके इसके पास रख दी, इसको रंग देने के लिए कि ये हम कल को क्लेम करें कि जी ये
इस्त्री का करंट लगने की वजह से इसकी डेथ हो गई है। अच्छा 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 अच्छा, मतलब टेक्निकल तरीके से जी। सारे। और उस इस्त्री का जो मुट्ठी थी उसको तोड़ दिया गया, उसको गर्म कर दिया गया ताकि पुलिस आए तो यहाँ पे हालात ऐसे नज़र आए कि शायद इस्त्री की करंट की वजह से इसकी डेथ हो गई है। लेकिन पोस्टमार्टम में ना तो कोई करंट लगने की सिम्टम नज़र आई है, ना ही कोई ऐसी इंजरी है जिससे जो है ना पता चल सके कि इसको कोई करंट या कोई ऐसी चीज़ लगी है। पोस्टमार्टम रिपोर्ट, इब्तदाई पोस्टमार्टम रिपोर्ट में क्या आया? इब्तदाई पोस्टमार्टम रिपोर्ट में तो यही आया है कि ये सांस बंद होने की वजह से इसकी डेथ हुई है। सही। बाकी उसकी हतमी जो फाइनल रिपोर्ट है काज ऑफ डेथ, वो आफ्टर PFS से रिपोर्ट क्लियर होगी कि इसको जो है ना किस फार्मूला के तहत बेहोश किया गया और बेहोशी के कितनी देर बाद जो है ना वो इसकी डेथ हुई। ये सारी चीज़ें PFS की रिपोर्ट आएगी तो फिर हम हतमी जो है ना इसको शिकल दें। आतिफ साहब, एहसान जो है वो ऊबर चलाता है, इतना टेक्निकल है, उसने गूगल पर सर्च करके क्लोरोफॉर्म भी मंगवाया, एक बार नहीं मंगवाया बल्कि 2 से 3 मरतबा कहता मंगवाया। पहले अनवर ने भी अपने किसी दोस्त की मदद से दूसरी बार मंगवाया, उसे चेक किया गया। वो तो कहता है कि हाजी साहब ने सब कुछ किया, हाजी साहब ने चेक किया। क्या इस काबिल है वो अनवर कि वो चेक करे? और बेसिकली अनवर अगर इस काबिल होता तो वो किसी बंदे की हेल्प ना लेता। उसकी बीवी थी, खामोशी से घर जाता, बीवी को ठिकाने लगा के बाद में बाहर आ जाता। अनवर बेसिकली एजड आदमी है, बीवी उसकी हेल्दी है, एज में भी उससे को 15-20 साल छोटी है और अनवर एक तो फालिश का मरीज़ भी है, मेंटली भी वो वीक है और इस तरह के इंसिडेंट में जितना मर्जी स्ट्रॉन्ग नर्व्स का बंदा हो एक दफ़ा वो घबरा जाता है। तो इस इंसिडेंट को प्रॉपर जो है ना वो इम्प्लीमेंट के हवाले से ये कह लें कि उसमें जो है ना वो एहसान ने 100% इसका जो है ना वो फैसिलिटेट किया। नाजरीन, बुढ़ापे की शादी इंसान के लिए कड़ी आजमाइश साबित हो सकती है, जिस तरह से इस केस में भी हुआ कि 60 साला अनवर ने 8 साल पहले जवां साला लड़की से शादी तो कर ली, लेकिन उनके इख्तलाफात इस हद तक बढ़े कि नौबत कत्ल तक आ पहुंची और शौहर ने अपनी बीवी को बेदर्दी के साथ मौत के घाट उतार दिया। लिहाजा अपने जिंदगी के अहम तरीन फैसले बड़ी तसल्ली के साथ और सोच समझ कर लीजिए, चाहे वो जवानी हो या बुढ़ापा, ताकि ऐसे भयानक नताइज से बचा जा सके। अपने इर्द गिर्द होने वाले जुर्म को फौरी 15 पर रिपोर्ट कीजिए। अपने मेज़बान सलमान कुरैशी को इजाज़त दीजिए। अल्लाह निगहबान।